ਸਮੇਂ ਸਮੇਂ ਦੇ ਪੰਜਾਬ ਨਾਲ ਧੱਕਾ ਹੁੰਦਾ ਆ ਰਿਹਾ ਹੈ, ਕਦੀ ਕਿਸੇ ਮੁੱਦੇ ਤੇ ਕਦੀ ਕਿਸੇ ਮੁੱਦੇ ਤੇ। ਉਸੇ ਮੁੱਦੇ ਨੂੰ ਲੈ ਕੇ ਅੱਜ ਇੱਕ ਨਵੇਂ ਮੁੱਦੇ ਨੂੰ ਲੈ ਕੇ ਅੱਜ ਅਸੀਂ ਹਾਜ਼ਰ ਹਾਂ। ਮੁੱਦਾ ਹੈ ਪੰਜਾਬ ਦੀ ਕਿਸਾਨੀ ਨਾਲ ਜੁੜਿਆ। ਪੰਜਾਬ ਦੀ ਉਹ ਕਿਸਾਨੀ ਜਿਹੜੀ ਪੰਜਾਬ ਦੀ ਮੁੱਖ ਸਰੋਤ ਹੈਗਾ, ਜਿਹੜਾ ਪੰਜਾਬ ਦੀ ਕਮਾਈ ਕਹਿ ਲਈਏ ਜਾਂ ਰੈਵਨਿਊ ਦਾ ਕਹਿ ਲਈਏ ਅਸੀਂ। ਉਸੇ ਮੁੱਦੇ ਤੇ ਅੱਜ ਸਾਡੇ ਨਾਲ ਜੁੜ ਰਹੇ ਨੇ ਸਾਡੇ ਮੁੱਖ ਮਹਿਮਾਨ, ਪੰਜਾਬ ਏਕਤਾ ਪਾਰਟੀ ਦੇ ਫਾਊਂਡਰ ਸਰਦਾਰ ਸੁਖਪਾਲ ਸਿੰਘ ਖਹਿਰਾ। ਖਹਿਰਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी, वाहिगुरु जी का खालसा, वाहिगुरु जी की फतेह जी। थैंक यू। ਖਹਿਰਾ ਸਾਹਿਬ, ਮਤਲਬ ਪੰਜਾਬ ਜਿਹੜਾ ਔਰ ਖਾਸ ਕਰ ਪੰਜਾਬੀ ਜਿਹੜੇ ਨੇ ਸ਼ੁਰੂ ਤੋਂ ਹੀ ਸੰਤਾਪ ਝੇਲਦੇ ਆ ਰਹੇ ਨੇ। ਕਦੀ ਪੰਜਾਬ ਦੀ ਵੰਡ ਨੂੰ ਲੈ ਕੇ, ਕਦੀ ਭਾਸ਼ਾ ਦੇ ਪੰਜਾਬੀ ਸੂਬੇ ਦੇ ਮੁੱਦੇ ਤੇ ਲੈ ਕੇ, ਕਦੀ ਕੁਛ ਕਦੀ 84 ਆ ਗਿਆ, ਔਰ ਫਿਰ ਉਸ ਤੋਂ ਬਾਅਦ ਨਸ਼ਿਆਂ ਨੇ ਪੰਜਾਬ ਨੂੰ ਬੜਾ ਮਾਰਿਆ। ਹੁਣ ਪੰਜਾਬ ਜਾ ਕੇ ਸੰਭਲਣਾ ਸ਼ੁਰੂ ਹੋਇਆ ਸੀ ਤੇ ਹੁਣ ਪੰਜਾਬ ਦਾ ਜਿਹੜਾ ਮੁੱਖ ਸਰੋਤ ਹੈਗਾ ਕਿਸਾਨੀ, ਉਸ ਤੇ ਬੜੀ ਵੱਡੀ ਘਟਾ ਮਾਰੀ ਗਈ ਹੈ। ਜਿਹੜੇ ਪਹਿਲੇ 3 ਬਿੱਲ ਲਿਆਂਦੇ ਗਏ, ਜਿਹੜੇ ਹੁਣ ਐਕਟ ਬਣ ਗਏ ਨੇ, ਇਹਦੇ ਬਾਰੇ ਥੋੜਾ ਜਿਹਾ ਚਾਨਣ ਪਾਓ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਪਰਮਿੰਦਰ ਜੀ, ਤੁਸੀਂ ਬਿਲਕੁਲ ਰਾਈਟਲੀ ਐਨਾਲਾਈਜ਼ ਕੀਤਾ ਕਿ ਜਿਹੜੀ ਬਹਾਦਰ ਪੰਜਾਬੀਆਂ ਨੇ ਤੇ ਸਿੱਖਾਂ ਨੇ ਜੀ ਇਸ ਦੇਸ਼ ਦੀ ਆਜ਼ਾਦੀ ਵਿੱਚ ਔਰ ਆਜ਼ਾਦ ਭਾਰਤ ਤੋਂ ਬਾਅਦ ਸਪੋਰਟਸ ਵਿੱਚ, ਡਿਫੈਂਸ ਵਿੱਚ, ਸਪੈਸ਼ਲੀ ਫੂਡ ਗ੍ਰੇਨ ਪ੍ਰੋਡਕਸ਼ਨ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਅਨਫੋਰਚੂਨੇਟਲੀ ਆਈ ਫੇਲ ਟੂ ਅੰਡਰਸਟੈਂਡ ਕਿ ਸਕਸੈਸਿਵ ਸੈਂਟਰਲ ਗਵਰਨਮੈਂਟਸ ਪਿਛਲੇ 70-72 ਸਾਲ ਤੋਂ ਪੰਜਾਬ ਨੂੰ ਹੀ ਟਾਰਗੇਟ ਕਰਦੀਆਂ ਮਿੱਥ ਕੇ। ਜੀ ਸਾਡਾ ਜਿਹੜਾ ਇੱਕ ਸੂਬਾ ਬਣਨਾ ਚਾਹੀਦਾ ਸੀ ਭਾਸ਼ਾ ਦੇ ਆਧਾਰ ਤੇ, ਉਹ ਨਹੀਂ ਬਣਾਇਆ। ਪਹਿਲਾਂ ਸਾਨੂੰ ਉਹਦੇ ਲਈ ਸਟਰਗਲ ਕਰਨਾ ਪਿਆ, ਮੋਰਚੇ ਲਾਉਣੇ ਪਏ, ਔਰ ਜਿਹੜਾ ਸੂਬਾ ਬਣਾਇਆ ਉਹਦੀ ਰਾਜਧਾਨੀ ਚੰਡੀਗੜ੍ਹ ਖੋਲੇ, ਪੰਜਾਬੀ ਬੋਲਦੇ ਇਲਾਕੇ ਬਾਹਰ ਕੱਢ ਦਿੱਤੇ। ਇਮੀਡੀਏਟਲੀ ਦੇਅਰ ਆਫਟਰ ਸਾਡੇ ਦਰਿਆਈ ਪਾਣੀ ਖੋਲੇ। ਉਸ ਤੋਂ ਬਾਅਦ ਤੁਸੀਂ ਜ਼ਿਕਰ ਕੀਤਾ 84 ਦਾ ਅਟੈਕ ਦਰਬਾਰ ਸਾਹਿਬ ਦੇ ਉੱਤੇ। ਦਿੱਲੀ ਦੇ ਵਿੱਚ 35 ਸਾਲ ਹੋ ਗਏ, ਹਜ਼ਾਰਾਂ ਆਦਮੀ ਬੇਗੁਨਾਹ ਮਾਰ ਦਿੱਤੇ ਗਏ ਸਿੱਖ ਜੈਨੋਸਾਈਡ ਵਿੱਚ। ਉਹਦਾ ਕੋਈ ਇਨਸਾਫ 34-35 ਸਾਲ ਤੋਂ ਹਲੇ ਤੱਕ ਨਹੀਂ ਮਿਲਿਆ। ਸਾਡੀ ਫੌਜ ਵਿੱਚ ਜਿਹੜੇ ਪੰਜਾਬ ਦੇ ਨੌਜਵਾਨ ਫੌਜ ਭਰਤੀ ਹੁੰਦੇ ਸੀ, ਉੱਥੇ ਫੌਜ 'ਚ ਭਰਤੀ ਦਾ ਕੋਟਾ ਖਤਮ ਕਰ ਦਿੱਤਾ। ਲਾਈਕਵਾਈਜ਼ ਆਈ ਫੀਲ ਕਿ ਜਿੱਦਾਂ ਨਾ ਸਾਨੂੰ ਨਜ਼ਰ ਆਉਂਦਾ ਕਿ ਇੱਕ ਸਾਰੀਆਂ ਕੇਂਦਰ ਵਿੱਚ ਸਰਕਾਰਾਂ ਸਾਨੂੰ ਸਬਕ ਸਿਖਾਉਣ ਦੀ ਨੀਤੀ 'ਚ ਲੱਗੀਆਂ ਹੋਈਆਂ ਨੇ। ਔਰ ਪੰਜਾਬ ਐਗਰੇਰੀਅਨ ਸਟੇਟ ਹੈ, ਸਾਡੇ ਕੋਲ ਕੋਈ ਹੋਰ ਇੰਡਸਟਰੀ ਨਹੀਂ, ਅਸੀਂ ਲੈਂਡਲੌਕਡ ਸਟੇਟ ਹਾਂ, ਸਾਡੇ ਕੋਲ ਕਿਸੇ ਤਰ੍ਹਾਂ ਦਾ ਕੋਈ ਵੱਡਾ ਕੋਈ ਨੈਚੁਰਲ ਰਿਸੋਰਸ ਨਹੀਂ, ਸਿਰਫ ਸਾਡੇ ਕੋਲ ਜ਼ਮੀਨ ਦਾ ਥੱਲੜਾ ਪਾਣੀ ਆ ਤੇ ਸਾਡੇ ਕੋਲ ਖੇਤੀ ਦੀ ਆਮਦਨ ਸੀਗੀ। ਲੇਕਿਨ ਖੇਤੀ ਦੇ ਵਿੱਚ ਵੀ ਸਾਨੂੰ ਠੀਕ ਭਾਅ ਨਾ ਮਿਲਣ ਕਰਕੇ ਪਿਛਲੇ ਕਾਫੀ ਅਰਸੇ ਤੋਂ ਪੰਜਾਬ ਦਾ ਕਿਸਾਨ 1 ਲੱਖ ਕਰੋੜ ਦਾ ਕਰਜ਼ਈ ਹੋ ਗਿਆ। ਕਿਸਾਨ ਆਤਮ ਹੱਤਿਆ ਕਰਨ ਲੱਗ ਗਿਆ, ਕਿਸਾਨਾਂ ਦੇ ਬੱਚੇ ਵਿਦੇਸ਼ਾਂ ਵਿੱਚ ਭੱਜ ਗਏ ਇਹਨਾਂ ਦੀਆਂ ਨੀਤੀਆਂ ਗਲਤ ਹੋਣ ਕਰਕੇ। ਇਹ ਸਾਰੇ ਇਸ਼ੂਜ਼ ਦੱਸਦੇ ਨੇ ਕਿ ਵੀ ਹੈਵ ਬੀਨ ਮੇਡ ਸਪੈਸ਼ਲ ਟਾਰਗੇਟਸ ਐਂਡ ਸਕੇਪਗੋਟਸ। ਔਰ ਹੁਣ ਰਹਿੰਦਾ ਖੁੰਦਾ ਜਿਹੜੀ ਖੇਤੀ ਸੀ, ਅਗਰ ਉਹਨੂੰ ਵੀ ਜਿਹੜੇ ਲਾਜ਼ ਲੈ ਕੇ ਆਏ ਨੇ ਮੋਦੀ ਸਾਹਿਬ ਦੀ ਸਰਕਾਰ, ਅਗਰ ਇਹ ਲਾਗੂ ਹੋ ਜਾਣਗੇ ਤਾਂ ਇਹਦਾ ਨਾ ਸਿਰਫ ਇੰਪੈਕਟ ਆਮ ਕਿਸਾਨ ਦੀ ਜ਼ਿੰਦਗੀ ਤੇ ਹੋਵੇਗਾ, ਬਲਕਿ ਸਟੇਟ ਦੇ ਉੱਤੇ ਵੀ ਬਹੁਤ ਵੱਡਾ ਹਮਲਾ ਵਾ। ਸਾਡਾ ਜਿਹੜਾ APMC ਐਕਟ ਉਹਨੂੰ ਅਬੋਲਿਸ਼ ਜਦੋਂ ਕਰਨਗੇ, ਸਾਡੇ ਕੋਲ 4000 ਕਰੋੜ ਦੀ ਪੰਜਾਬ ਦੀ ਮੰਡੀ ਬੋਰਡ ਨੂੰ ਇਸ ਐਕਟ ਵਿੱਚ ਹਰ ਸਾਲ ਆਮਦਨ ਸੀਗੀ। ਜਦੋਂ ਕਣਕ ਤੇ ਝੋਨਾ ਵਿਕਦਾ ਸੀ ਮੰਡੀਆਂ 'ਚ, ਸਾਡੇ ਕੋਲ 6% ਦੀ ਹਰ ਕੁਇੰਟਲ ਪਿੱਛੇ ਆਮਦਨ ਆਉਂਦੀ ਸੀ, ਉਹ ਵੀ ਖਤਮ ਹੋ ਜਾਏਗੀ। ਔਰ ਇਸ ਤੋਂ ਬਾਅਦ ਜਿਹੜੀ ਕਿਸਾਨਾਂ ਦੀ ਐਕਸਪਲੋਇਟੇਸ਼ਨ ਜਾਂ ਜਿਹੜਾ ਇਹ ਕਾਫੀ ਇਹਦੇ ਤੇ ਡਿਸਕਸ਼ਨ ਡਿਬੇਟ ਹੋ ਗਈ। ਮੇਰੇ ਖਿਆਲ ਜਿਹੜੇ ਸਾਡੇ ਵਿਊਅਰਸ ਨੇ ਉਹਨਾਂ ਨੂੰ ਲਗਭਗ ਤਕਰੀਬਨ ਸਭ ਨੂੰ ਪਤਾ ਇਹਦੇ ਨੈਗੇਟਿਵ ਇੰਪੈਕਟਸ ਕੀ ਹੋਣ ਵਾਲੇ ਨੇ। ਤਾਂ ਜਦ ਅਸੀਂ ਡੈਮੋਕ੍ਰੇਸੀ 'ਚ ਰਹਿ ਰਹੇ ਹਾਂ, ਪੰਜਾਬ ਦੇ ਵਿੱਚ ਇਸ ਵਕਤ ਐਡੇ ਵੱਡੇ ਪੱਧਰ ਤੇ ਇਸ ਐਂਟੀ ਫਾਰਮਰ ਲਾਜ਼ ਦੇ ਖਿਲਾਫ ਵਿਦਰੋਹ ਹੋ ਰਿਹਾ, ਤਾਂ ਅਸੀਂ ਕਹਿ ਰਹੇ ਹਾਂ ਕਿ ਸਾਨੂੰ ਇਹ ਕਾਨੂੰਨ ਮਨਜ਼ੂਰ ਨਹੀਂ ਗਏ। ਤੇ ਜਮਹੂਰੀਅਤ ਦਾ ਪਹਿਲਾ ਮੁੱਢਲਾ ਅਸੂਲ ਤਾਂ ਇਹੀ ਹੈ ਨਾ ਕਿ ਕਾਨੂੰਨ ਉਹ ਬਣਾਓ ਜਿਹੜਾ ਉੱਥੋਂ ਦੇ ਆਵਾਮ ਨੂੰ ਜਾਂ ਲੋਕਾਂ ਨੂੰ ਪ੍ਰਵਾਨ ਹੋਵੇ। ਸਾਨੂੰ ਪ੍ਰਵਾਨ ਹੀ ਨਹੀਂ ਗਾ। ਤੇ ਮੋਦੀ ਸਾਹਿਬ ਧੱਕੇ ਨਾ ਕਹੀ ਜਾਂਦੇ, ਤੁਹਾਨੂੰ ਇਹ ਬਹੁਤ ਚੰਗਾ, ਤੁਹਾਡੇ ਲਈ ਬਹੁਤ ਚੰਗਾ ਵਾ। ਹਾਊ ਕੈਨ ਯੂ ਟੈਲ ਅਬਾਊਟ ਅਦਰਸ ਫੇਟ, ਪਰਟੀਕੁਲਰਲੀ ਤੁਸੀਂ ਉਹਨਾਂ ਨੂੰ ਕਿੱਦਾਂ ਜ਼ੋਰ ਨਾਲ ਤੇ ਸਰਕਾਰੀ ਦਬਾਅ ਦੇ ਨਾਲ ਕਿੱਦਾਂ ਮਨਾ ਲਓਗੇ ਕਿ ਤੁਹਾਡੇ ਲਈ ਫਲਾਨਾ ਕਾਨੂੰਨ ਚੰਗਾ? ਪੰਜਾਬ ਦਾ ਕਿਸਾਨ, ਪੰਜਾਬ ਦੀ ਸਰਕਾਰ, ਪੰਜਾਬ ਦੀਆਂ ਸਾਰੀਆਂ ਪਾਰਟੀਆਂ, ਪੰਜਾਬ ਦਾ ਕੁੱਲ ਟੋਟਲ ਹਰ ਵਰਗ ਦੇ ਲੋਕ ਇਹਦੇ ਖਿਲਾਫ ਨੇ। ਤਾਂ ਮੈਂ ਤਾਂ ਸਮਝਦਾ ਕਿ ਸਾਡੇ ਨਾਲ ਧੱਕਾ ਹੋ ਰਿਹਾ ਵਾ। ਔਰ ਇਹਦੇ 2-3 ਪੁਖਤਾ ਹੱਲ ਵੀ ਦੱਸੇ ਨੇ, ਲੇਕਿਨ ਇਹਦੇ ਬਾਵਜੂਦ ਗਵਰਨਮੈਂਟ ਇਹਦੇ ਤੇ ਨਹੀਂ ਆ ਰਹੀ। ਅਸੀਂ ਕਹਿੰਦੇ ਕਿ ਸਾਨੂੰ ਤੁਸੀਂ ਸਪੇਅਰ ਕਰ ਦਿਓ। ਮੋਦੀ ਸਾਹਿਬ ਨੂੰ ਮੈਂ ਕਹਿਣਾ ਚਾਹੁੰਦਾ ਕਿ ਤੁਹਾਨੂੰ ਚੰਗੇ ਲੱਗਦੇ ਨੇ ਕਾਨੂੰਨ, ਸਾਰੇ ਦੇਸ਼ 'ਚ ਲਾਗੂ ਕਰੋ, ਜੀ ਸੱਦ ਕੇ ਲਾਗੂ ਕਰੋ। ਪੰਜਾਬ ਨੂੰ
ਇਸ ਲਾਅ ਚੋਂ ਬਾਹਰ ਕੱਢ ਦਿਓ, ਐਗਜ਼ੈਂਪਟ ਕਰ ਦਿਓ। ਐਂਡ देयर इज अ क्लॉज ਇਨ ਇੰਡੀਅਨ ਕਨਸਟੀਟਿਊਸ਼ਨ ਆਰਟੀਕਲ 371 ਜਿਹਦੇ 'ਚ 10 ਸਟੇਟਸ ਅੱਜ ਵੀ ਗੁਜਰਾਤ, ਮਹਾਰਾਸ਼ਟਰ ਸਮੇਤ ਕਈ ਕਾਨੂੰਨ ਉਹਨਾਂ ਇੱਥੇ ਲਾਗੂ ਨਹੀਂ ਹੁੰਦੇ। ਅੱਜ ਤੋਂ 1 ਸਾਲ ਪਹਿਲਾਂ ਆਰਟੀਕਲ 370 ਜੰਮੂ ਕਸ਼ਮੀਰ ਨੂੰ ਇਹ ਸਪੈਸ਼ਲ ਸਟੇਟਸ ਦਿੰਦਾ ਸੀਗਾ। ਜੀ ਲੋਕ ਸਭਾ ਜਦੋਂ ਬਿੱਲ ਪਾਸ ਕਰਦੀ ਸੀ ਕਿ ਜਿਹੜਾ ਕਾਨੂੰਨ ਉਹਨਾਂ ਨੂੰ ਨਹੀਂ ਪ੍ਰਵਾਨ ਸੀਗਾ ਉਹ ਉਹਨਾਂ ਤੇ ਲਾਗੂ ਨਹੀਂ ਸੀ ਕੀਤਾ ਜਾਂਦਾ। ਸੋ ਵਾਟ ਇਜ਼ ਦ ਗ੍ਰੇਟ ਡੀਲ ਅਬਾਊਟ ਇਟ? ਇੰਨਾ ਲੋਕਾਂ ਦਾ ਪੈਸਾ ਖਰਚ ਹੋ ਰਿਹਾ, ਸਮਾਂ ਜ਼ਾਇਆ ਹੋ ਰਿਹਾ, ਅਨਰੈਸਟ ਹੋ ਰਿਹਾ। ਔਰ ਜਿਹੜਾ ਇਹ ਅਨਰੈਸਟ ਹੈਗਾ, ਜੀ ਅਗਰ ਗਵਰਨਮੈਂਟ ਇਹਨੂੰ ਲਾਈਟਲੀ ਲਵੇਗੀ, ਇਹ ਅਨਰੈਸਟ ਅਲਟੀਮੇਟਲੀ ਵਾਇਲੈਂਟ ਵੀ ਹੋ ਸਕਦਾ। ਔਰ 1980s ਦੇ ਦੁਬਾਰਾ ਹਾਲਾਤ ਪੰਜਾਬ ਨੂੰ ਦੇਖਣੇ ਪੈ ਸਕਦੇ ਨੇ। ਫਿਰ ਕੌਣ ਜ਼ਿੰਮੇਵਾਰ ਆ? ਜਦ ਅਸੀਂ ਕਹਿ ਰਹੇ ਹਾਂ, ਪੀਸਫੁਲੀ ਕਹਿ ਰਹੇ ਹਾਂ ਕਿ ਸਾਨੂੰ ਤੁਸੀਂ ਧੱਕੇ ਨਾਲ ਇਸ ਦਾ ਟਾਰਗੇਟ ਨਾ ਬਣਾਓ, ਤਾਂ ਆਈ ਫੇਲ ਟੂ ਅੰਡਰਸਟੈਂਡ ਕਿ ਗਵਰਨਮੈਂਟ ਕਿਉਂ ਸਾਡੇ ਤੇ ਬਜਿੱਦ ਹੈ ਲਾਗੂ ਲਾਅ ਕਰਨ ਵਾਸਤੇ, ਜਿਹੜੇ ਲਾਅਜ਼ ਸਾਨੂੰ ਪ੍ਰਵਾਨਗੇ। ਮੈਂ ਖੈਰ ਸਭ ਤੁਹਾਡੀ ਗੱਲ ਦੇ ਵਿੱਚ ਇੱਕ ਹੋਰ ਗੱਲ ਐਡ ਕਰਨਾ ਚਾਹਾਂਗਾ ਕਿ ਫਾਇਦੇ ਉਸ ਤਰ੍ਹਾਂ ਨਹੀਂ ਗਿਣਾਏ ਜਾ ਰਹੇ ਨੇ ਜਿਵੇਂ ਨੋਟਬੰਦੀ ਦੇ ਔਰ ਜੀਐਸਟੀ ਦੇ ਫਾਇਦੇ ਗਿਣਾਏ ਗਏ ਸਨ। ਉਹਦਾ ਫਾਇਦਾ ਸਭ ਨੂੰ, ਪੂਰੇ ਇੰਡੀਆ ਨੂੰ ਸਭ ਜਗ੍ਹਾ ਨਜ਼ਰ ਆ ਗਿਆ ਹੈ। ਖੈਰ ਸਾਹਿਬ, ਮੇਰਾ ਇੱਕ ਅਗਲਾ ਸਵਾਲ ਆਪ ਜੀ ਤੋਂ ਹੈਗਾ, ਇਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਕੀ ਰੋਲ ਵੇਖਦੇ ਹੋ? ਉਹਨਾਂ ਦਾ ਰੋਲ ਬਹੁਤ ਨੈਗੇਟਿਵ ਤੇ ਬਹੁਤ ਓਪਰਚੁਨਿਸਟ ਰੋਲ ਨਜ਼ਰ ਆਇਆ। ਜਦ ਪਿਛਲੇ 3 ਮਹੀਨਿਆਂ ਤੋਂ ਤਾਂ ਬਾਦਲ ਦਾ ਪਰਿਵਾਰ ਤੇ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਇਹਨਾਂ ਆਰਡੀਨੈਂਸਸ ਦੀ ਸਪੋਰਟ ਕਰ ਰਹੇ ਸੀਗੇ, ਇੱਥੋਂ ਤੱਕ ਕਿ ਵੱਡੇ ਬਾਦਲ ਨੂੰ ਵੀ ਵਿੱਚ ਇਨਵੋਲਵ ਕਰਕੇ ਉਹਨਾਂ ਨੇ ਇੱਕ ਸਪੈਸ਼ਲ ਇੱਕ ਦਿਨ ਸਟੇਟਮੈਂਟ ਦਵਾਈ ਵੱਡੇ ਬਾਦਲ ਤੋਂ ਕਿ ਇਹ ਆਰਡੀਨੈਂਸਸ ਕਿਸਾਨਾਂ ਲਈ ਬਹੁਤ ਚੰਗੇ ਨੇ ਜੀ। ਤੇ ਜਿਹੜਾ ਹੈਗਾ ਵਾ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਦੇਖਿਆ ਬਾਦਲ ਅਕਾਲੀ ਦਲ ਨੇ ਕਿ ਇਹ ਸਾਡੇ ਸੇਕ ਸਾਡੇ ਘਰ ਤੱਕ ਪਹੁੰਚ ਗਿਆ, ਕਿਸਾਨ ਤਾਂ ਬਿਲਕੁਲ ਟੁੱਟ ਜਾਣਗੇ ਸਾਡੇ ਨਾਲੋਂ, ਸਾਡਾ ਵੋਟ ਬੈਂਕ ਟੁੱਟ ਜੂਗਾ, ਤੇ ਫਿਰ ਉਹਨਾਂ ਨੇ ਇਹਦਾ ਵਿਰੋਧ ਸ਼ੁਰੂ ਕਰਨਾ ਕੀਤਾ। ਔਰ ਜਿਹੜਾ ਮਾਰਚ ਵੀ ਕੱਢਿਆ ਅਕਾਲ ਤਖਤ ਸਾਹਿਬ ਤੋਂ, ਉਹਦੇ ਗਵਰਨਰ ਦੇ ਕੋਲ ਜਾਣ ਦੀ ਕੀ ਤੁਕ ਬਣਦੀ ਸੀ? ਜਦ ਤੁਸੀਂ ਰਾਸ਼ਟਰਪਤੀ ਕੋਲ ਜਾਏ ਹੋ, ਗਵਰਨਰ ਤਾਂ ਉਹਨਾਂ ਦਾ ਇੱਕ ਅਪਾਇੰਟਡ ਗਵਰਨਮੈਂਟ ਆਫ ਇੰਡੀਆ ਦਾ ਏਜੰਟ ਹੈ। ਇਸ ਕਰਕੇ ਅੱਜ ਦੀ ਡੇਟ ਵਿੱਚ ਜਿਹੜੇ ਪੰਜਾਬ ਦੇ ਲੋਕ ਨੇ ਉਹ ਅਕਾਲੀ ਦਲ ਤੋਂ ਬਹੁਤ ਜ਼ਿਆਦਾ ਖਫਾ ਨੇ ਕਿ ਇਹ ਸਾਡੇ ਨਾਲ ਇੱਕ ਡਰਾਮੇਬਾਜ਼ੀ ਦੀ, ਥੀਏਟਰਿਕਸ ਤੇ ਪੋਲੀਟੀਕਲ ਗਿਮਿਕਰੀ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਦਾ ਰਵੱਈਆ ਲੋਕਾਂ ਦਾ ਅਕਾਲੀ ਦਲ ਦੇ ਪ੍ਰਤੀ, ਭਾਵੇਂ ਉਹਨਾਂ ਨੇ ਕੋਈ ਮਾਰਚ ਕਰਤਾ, ਉਹਨਾਂ ਦੇ ਕੋਈ ਕੇਡਰ ਹੈਗਾ, ਉਹਨਾਂ ਕੋਲ ਵਰਕਰ ਹੈਗੇ ਨੇ, ਪਰ ਉਹ ਜੇ ਤੁਸੀਂ ਵਿਰੋਧ ਕਰਨਾ ਜਾਂ ਦਿੱਲੀ ਜਾਓ, ਮੋਦੀ ਦੀ ਸਰਕਾਰ ਦੀ ਰਹਿائش ਦੇ ਬਾਹਰ ਧਰਨਾ ਮਾਰੋ, ਫਿਰ ਲੋਕਾਂ ਨੂੰ ਪਤਾ ਲੱਗੇਗਾ ਨਾ ਕਿ ਤੁਸੀਂ ਵਾਕਈ ਹੀ ਕਿਸਾਨ ਹਿਤੈਸ਼ੀ। ਉਹਨਾਂ ਦਾ ਰੋਲ ਨਾ ਪ੍ਰਵਾਨ ਨਹੀਂ ਕਰ ਰਹੇ ਪੰਜਾਬ ਦੇ ਲੋਕ। ਖੈਰ ਸਾਹਿਬ, ਇਹ ਜਿਹੜਾ ਆਇਆ ਹੁਣ ਨਵਾਂ ਕਾਨੂੰਨ, ਮਤਲਬ ਹੁਣ ਤੇ ਬਿੱਲ ਨਹੀਂ ਕਹਾਂਗੇ, ਹੁਣ ਤੇ ਕਾਨੂੰਨ ਬਣ ਗਿਆ, ਇਹਦੇ ਫਿਊਚਰ ਇੰਪੈਕਟ ਕੀ ਵੇਖਦੇ ਹੋ? ਦੇਖੋ, ਅਗਰ ਉਹ ਕਾਨੂੰਨ ਵਾਕਈ ਬਣ ਜਾਏਗਾ, ਤੁਹਾਨੂੰ ਮੈਂ ਦੱਸਿਆ ਵਾ ਕਿ ਸਭ ਤੋਂ ਪਹਿਲਾਂ ਤਾਂ ਇੰਪੈਕਟ ਇਹੀ ਹੈ ਨਾ ਕਿ ਕਿਸਾਨ ਨੂੰ ਪ੍ਰਾਈਵੇਟ ਕਾਰਪੋਰੇਟ ਸੈਕਟਰ ਦੀ ਰਹਿਮੋ ਕਰਮ ਤੇ ਐਕਸਪਲੋਇਟੇਸ਼ਨ ਤੇ ਛੱਡਿਆ ਜਾਵੇਗਾ। ਹਾਂਜੀ ਹਾਂਜੀ। ਫ੍ਰੀ ਮਾਰਕੀਟ ਦੇਖੋ, ਈਵਨ ਅਮਰੀਕਾ ਦੇ ਵਿੱਚ, ਯੂਰਪੀਅਨ ਕੰਟਰੀਜ਼ ਵਿੱਚ ਫ੍ਰੀ ਟ੍ਰੇਡ, ਫ੍ਰੀ ਮਾਰਕੀਟ ਐਗਰੀਕਲਚਰ ਵਿੱਚ ਪ੍ਰੈਕਟਿਸ ਕਰ ਚੁੱਕੇ ਨੇ, ਫੇਲਿਅਰ ਆ ਜੀ। ਜਦੋਂ ਵੀ ਕਿਤੇ ਐਗਰੀਕਲਚਰ ਨੂੰ ਤੁਸੀਂ ਸਰਵਾਈਵ ਕਰਾਉਣਾ, ਯੂ ਹੈਵ ਟੂ ਸਬਸਿਡਾਈਜ਼ ਇਟ ਬਿਕੋਜ਼ ਇਟ ਇਜ਼ ਅਲਟੀਮੇਟਲੀ ਵਰਲਡ ਵਾਈਡ ਇਹ ਘਾਟੇ ਦਾ ਸੌਦਾ ਵਾ। ਅਮਰੀਕਾ ਦੇ ਵਿੱਚ ਵੀ ਆਈ ਥਿੰਕ ਇਫ ਆਮ ਨਾਟ ਰੋਂਗ ਕਈ $1000 ਹਰ ਫਾਰਮ ਹਾਊਸ ਹੋਲਡ ਨੂੰ ਸਰਕਾਰ ਸਬਸਿਡਾਈਜ਼ ਕਰਦੀ ਤਾਂ ਸਰਵਾਈਵ ਕਰਦੇ ਨੇ। ਇਸ ਕਰਕੇ ਇਹ ਜਦੋਂ ਫ੍ਰੀ ਮਾਰਕੀਟ ਨੂੰ ਜਿਹੜਾ ਵੈਸਟਰਨ ਮਾਡਲ ਫੇਲ ਹੋ ਗਿਆ ਤੇ ਹਿੰਦੁਸਤਾਨ ਕਹਿ ਰਿਹਾ ਨਹੀਂ ਤੁਹਾਡੇ ਲਈ ਬਹੁਤ ਚੰਗਾ ਵਾ, ਇਹ ਲਾਗੂ ਹੋਊਗਾ, ਤੇ ਮੈਂ ਸਮਝਦਾ ਵਾਂ ਕਿ ਉਹ ਕਿਸਾਨਾਂ ਦਾ ਇੱਕ ਵੱਡੇ ਪੱਧਰ ਤੇ ਐਕਸਪਲੋਇਟੇਸ਼ਨ ਹੋਵੇਗਾ ਔਰ ਕਾਰਪੋਰੇਟ ਘਰਾਣੇ ਜਿਹੜੇ ਅਮੀਰ ਆਦਮੀ ਨੇ ਉਹ ਹਾਵੀ ਹੋ ਜਾਣਗੇ ਐਗਰੀਕਲਚਰ ਤੇ ਵੀ। ਦੂਸਰਾ ਜਿਹੜਾ ਸਟੇਟਾਂ ਦੇ ਅਧਿਕਾਰਾਂ ਦੇ ਉੱਤੇ ਵੀ ਬਹੁਤ ਵੱਡਾ ਇੱਕ ਇਨਕਰੋਚਮੈਂਟ ਹੈ। ਹੁਣ ਅਸੀਂ ਕਹਿ ਰਹੇ ਹਾਂ ਕਿ ਸਾਨੂੰ 4000 ਕਰੋੜ ਰੁਪਏ ਆਮਦਨ ਆਉਂਦੀ ਹਰ ਸਾਲ ਮਿਨੀਮਮ ਸਪੋਰਟ ਪ੍ਰਾਈਸ ਜਦੋਂ ਪੈਡੀ ਤੇ ਵੀਟ ਦੀ ਪ੍ਰੋਕਿਉਰਮੈਂਟ ਹੁੰਦੀ ਹੈ, ਤੇ ਇਸ ਨਵੇਂ ਕਾਨੂੰਨਾਂ ਦੇ ਹਿਸਾਬ ਦੇ ਨਾਲ ਸਾਡਾ 4000 ਕਰੋੜ ਰੁਪਏ ਦੀ ਆਮਦਨ ਵੀ ਖਤਮ ਹੋ ਜਾਏਗੀ। ਉਹ ਕੌਣ ਦਊਗਾ? ਮੋਦੀ ਸਾਹਿਬ ਦੇਣਗੇ। ਇਦਾਂ ਹੀ ਇਹਨਾਂ ਨੇ ਜੀਐਸਟੀ ਕਾਨੂੰਨ ਬਣਾਇਆ ਸੀਗਾ ਕਹਿ ਕੇ ਕਿ ਜੀਐਸਟੀ ਵਨ ਨੇਸ਼ਨ ਵਨ ਟੈਕਸ ਆ, ਬਹੁਤ ਚੰਗਾ ਕਾਨੂੰਨ ਹੈ ਜੀ, ਤੇ ਅੱਜ ਵੀ ਸਾਡਾ 6500 ਕਰੋੜ ਰੁਪਇਆ ਕੇਂਦਰ ਦੀ ਸਰਕਾਰ ਨੇ ਪੰਜਾਬ ਦਾ ਬਕਾਇਆ ਦੇਣਾ ਵਾ। ਹੁਣ ਕਹਿੰਦੇ ਨਹੀਂ ਇੱਕ ਦੇਸ਼ ਇੱਕ ਮੰਡੀ, ਬਹੁਤ ਚੰਗਾ ਜੀ। ਤੋ ਜੋ ਜੀਐਸਟੀ ਦਾ ਇੰਪੈਕਟ ਹੋਇਆ ਸਟੇਟਸ ਦੇ ਅਧਿਕਾਰਾਂ ਦੇ ਉੱਤੇ, ਬਿਲਕੁਲ ਉਸ ਤਰ੍ਹਾਂ ਤਰੀਕੇ ਨਾਲ ਇਨਕਰੋਚਮੈਂਟ ਕਰਕੇ ਐਗਰੀਕਲਚਰ ਦਾ ਜਿਹੜਾ, ਹਾਲਾਂਕਿ ਐਗਰੀਕਲਚਰ ਜਿਹੜਾ ਬੇਸਿਕਲੀ ਇੰਡੀਅਨ ਕਨਸਟੀਟਿਊਸ਼ਨ ਮੁਤਾਬਕ ਸਟੇਟ ਸਬਜੈਕਟ ਸੀਗਾ, ਤੇ ਸਾਡਾ ਅਧਿਕਾਰ ਸੀਗਾ ਅਸੀਂ ਫੈਸਲਾ ਕਰੀਏ ਕਿ ਇਹਨਾਂ ਚ ਮਾਰਕੀਟਿੰਗ ਵਾਸਤੇ ਕੀ ਲਾਜ਼ ਬਣਾਉਣੇ। ਉਹਨਾਂ ਲਾਜ਼ ਦੇ ਉੱਤੇ ਵੀ ਗਵਰਨਮੈਂਟ ਆਫ ਇੰਡੀਆ ਨੇ ਜਿਹੜਾ ਵਾ ਉਹ ਜਿਹਨੂੰ ਕਹਿੰਦੇ ਕਿ ਉਹਦੇ ਤੇ ਕਬਜ਼ਾ ਕਰ ਲਿਆ ਵਾ। ਔਰ ਦੇਸ਼ ਵਿੱਚ ਆਵਾਜ਼ ਤਾਂ ਇਹ ਉੱਠਦੀ ਸੀ ਕਿ ਫੈਡਰਲ ਕੰਟਰੀ ਬਣਾਓ,
ਸਟੇਟਸ ਨੂੰ ਅਧਿਕਾਰ ਜ਼ਿਆਦਾ ਦਿਓ ਤਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਪੜ੍ਹਾਈ ਪੜ੍ਹਾ ਸਕੀਏ, ਹੈਲਥ ਕੇਅਰ ਸਕੀਮਸ ਬਣਾ ਸਕੀਏ, ਲੇਬਰ ਲਾਜ਼ ਬਣਾ ਸਕੀਏ, ਸੜਕਾਂ ਆਪਣੀ ਮਰਜ਼ੀ ਨਾਲ ਬਣਾ ਸਕੀਏ। ਇਹ ਸਾਰਾ ਕੁਝ ਕੇਂਦਰ ਨੇ ਓਵਰ ਅ ਪੀਰੀਅਡ ਆਫ ਟਾਈਮ ਆਪਣੇ ਕੋਲ ਸੈਂਟਰਲਾਈਜ਼ ਕਰ ਲਿਆ। ਜੀ ਸੋ ਬੇਸਿਕਲੀ ਇਹ ਜਿਹੜਾ ਅੱਜ ਦਾ ਵਰਲਡ ਟ੍ਰੈਂਡ ਹੈ, ਫॉर ਮੋਰ ਪਾਵਰਸ ਟੂ ਐਵਰੀ ਸਟੇਟ, ਲਾਈਕ ਜਿੱਦਾਂ ਅਮਰੀਕਾ ਦੇ ਵਿੱਚ ਬਹੁਤ ਸਾਰੀਆਂ ਸਟੇਟਸ, ਈਵਨ ਕਾਉਂਟੀਜ਼ ਹੈਵ देयर ਓਨ ਪੁਲਿਸ, ਮੇਅਰਸ, ਆਪਣੇ ਲਾਜ਼ ਨੇ। ਅਨਫੋਰਚੂਨੇਟ ਇੰਡੀਆ ਵਿੱਚ ਇਹ ਸਾਰਾ ਰੈਟਰੋਗ੍ਰੇਡ ਸਟੈਪ ਗਿਣਿਆ ਜਾ ਰਿਹਾ ਅੱਜ ਦੀ ਡੇਟ ਵਿੱਚ, ਔਰ ਬਹੁਤ ਲੋਕਾਂ 'ਚ ਵੱਡੇ ਪੱਧਰ ਦੇ ਉੱਤੇ ਗੁੱਸਾ ਜੀ ਇਸ ਗੱਲ ਦਾ। ਜੀ, ਮਤਲਬ ਜਿਵੇਂ ਵਨ ਨੇਸ਼ਨ ਵਨ ਟੈਕਸ ਕਹਿ ਕੇ ਕਿਧਰੇ ਵਨ ਨੇਸ਼ਨ ਵਨ ਪਾਰਟੀ ਕਰਨ ਦਾ ਤੇ ਨਹੀਂ ਇਹਨਾਂ ਦਾ ਪਲਾਨ ਹੈਗਾ। ਸਭ ਕੁਝ ਉਮੀਦ ਕੀਤੀ ਜਾ ਸਕਦੀ ਹੈ ਜੇ ਤੁਸੀਂ ਲੋਕਾਂ ਨੂੰ ਐਡੇ ਹਜ਼ਾਰਾਂ ਲੱਖਾਂ ਦੇ ਲੋਕਾਂ ਦੀ ਆਵਾਜ਼ ਹੀ ਨਹੀਂ ਸੁਣ ਰਹੇ ਜੀ ਜੀ ਤੇ ਫਿਰ ਇਸ ਨੂੰ ਡਿਕਟੇਟਰਸ਼ਿਪ ਹੀ ਕਹਿ ਸਕਦੇ ਹਾਂ। ਅੱਜ ਇਦਾਂ ਡਿਕਟੇਟਰਸ਼ਿਪ ਲਈ ਆ, ਕੱਲ ਨੂੰ ਕਹਿ ਦੇਣਗੇ ਕਿ ਹਿਟਲਰ ਵਾਂਗੂ ਕਿ ਸਾਡੀ ਪਾਰਟੀ ਚੱਲੂਗੀ, ਇੱਕ ਸਾਡੀ ਸਰਕਾਰ ਬਣੇਗੀ। ਐਨੀਥਿੰਗ ਕੈਨ ਬੀ ਐਕਸਪੈਕਟਡ ਫਰਮ ਸੱਚ ਏ what would I say, such a fastest type of a government। ਜੀ ਜੀ ਖਹਿਰਾ ਸਾਹਿਬ, ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਵੀ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ। ਆਓ ਉਹਨਾਂ ਨੂੰ ਵੀ ਕੋਈ ਫਤਿਹ ਦੀ ਸੰਗ ਕਰੀਏ। ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਡਾਕਟਰ ਸਾਹਿਬ, ਸੁਖਪਾਲ ਸਿੰਘ ਖਹਿਰਾ ਜੀ ਵੀ ਸਾਡੇ ਨਾਲ ਹੈਗੇ ਨੇ ਤੇ ਉਹਨਾਂ ਨੂੰ ਹੁਣੇ ਮੈਂ ਸਵਾਲ ਕੀਤਾ ਸੀਗਾ, ਪੁੱਛਿਆ ਸੀਗਾ ਕਿ ਜੋ ਇਸ ਟਾਈਮ ਜਿਹੜਾ ਮਤਲਬ 3 ਬਿੱਲ ਆਏ ਸਨ ਜੋ ਇਸ ਟਾਈਮ ਕਾਨੂੰਨ ਬਣ ਚੁੱਕਾ ਹੈ, ਇਹਦੇ ਬਾਰੇ ਉਹਨਾਂ ਨੇ ਆਪਣੇ ਖਿਆਲਾਤ ਦੱਸੇ ਨੇ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਕਿ ਦੁਬਾਰਾ ਬੋਲਿਓ, ਮੈਨੂੰ ਕਲੀਅਰ ਨਹੀਂ ਆਈ ਤੁਹਾਡੀ ਆਵਾਜ਼। ਜੀ, ਮੈਂ ਖਹਿਰਾ ਸਾਹਿਬ ਨੂੰ ਸਵਾਲ ਕੀਤਾ ਸੀਗਾ ਕਿ ਜਿਹੜੇ ਇਹ 3 ਬਿੱਲ ਜਿਹੜੇ ਮੋਦੀ ਗਵਰਨਮੈਂਟ ਨੇ ਲਿਆਂਦੇ ਸਨ, ਜਿਹੜੇ ਕਿ ਹੁਣ ਕਾਨੂੰਨ ਬਣ ਚੁੱਕੇ ਨੇ, ਬਣ ਗਏ ਹੈ। ਹਾਂਜੀ ਹਾਂਜੀ ਜੀ ਜੀ, ਇਹਨਾਂ ਬਾਰੇ ਖਹਿਰਾ ਸਾਹਿਬ ਨੇ ਆਪਣੇ ਵਿਚਾਰ ਦੱਸੇ ਨੇ। ਸੇਮ ਮੈਂ ਕੁਐਸਚਨ ਤੁਹਾਨੂੰ ਕਰ ਰਿਹਾ, ਤੁਹਾਡੇ ਇਸ ਬਾਰੇ ਕੀ ਖਿਆਲ ਹੈ, ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਇਹ ਟੋਟਲ ਐਨਕਰੋਚਮੈਂਟ ਆ ਸਟੇਟਾਂ ਦੀ ਇਕਨੋਮੀ ਦੇ ਉੱਤੇ, ਫੈਡਰਲ ਸਿਸਟਮ ਦੇ ਉੱਤੇ। ਜੀ, ਇਹ ਜਿਹੜਾ ਹੈ ਮੋਦੀ ਇੱਕ ਪਾਲਿਸੀ ਨੂੰ ਫਾਲੋ ਕਰ ਰਿਹਾ ਕੰਸਿਸਟੈਂਟਲੀ ਕਿ ਸਾਰੇ ਹਿੰਦੁਸਤਾਨ ਦਾ ਸਰਮਾਇਆ, ਸਾਰੇ ਹਿੰਦੁਸਤਾਨ ਦੀ ਇੰਡਸਟਰੀ, ਸਾਰੇ ਹਿੰਦੁਸਤਾਨ ਦਾ ਜਿਹੜਾ ਬਿਜ਼ਨਸ ਆ ਉਹ ਹੈਂਡ ਓਵਰ ਕਰਨਾ ਗੁਜਰਾਤੀ ਜਿਹੜੇ ਵੱਡੇ ਵੱਡੇ ਪਲਾਟ ਆ, ਜਿਸ ਦੇ ਵਿੱਚ ਰਿਲਾਇੰਸ ਵਾਲੇ ਆ, ਅੰਬਾਨੀ ਹੈਗੇ ਆ, ਇਸੇ ਤਰੀਕੇ ਨਾਲ ਵਿਦਾਂਤਾ ਵਾਲੇ ਆ, ਇਸੇ ਤਰੀਕੇ ਨਾਲ ਦੂਜਾ ਉਹ ਹੈਗਾ ਜਿਹੜਾ ਆਸਟ੍ਰੇਲੀਆ ਦੇ ਵਿੱਚ। तो ये सारी एक बहुत बड़ी कंस्पिरेसी है। इस दे उत्ते मैं एक कमेंट करना चाहना, अज जिहड़े इंडो चाइना बॉर्डर ते या इंडो पाकिस्तान बॉर्डर दे उत्ते जिहड़े बैठे आ फौजी इस मुल्क दे, उन्हां दे परिवार कित्थों आउंदे आ? उन्हां दे परिवार आउंदे आ इन्हां फार्मर्स दे बच्चे आ जिहड़े एजिटेट कर रहे आ, चाहे वो पंजाब दे फार्मर आ, चाहे वो हरियाणा दे फार्मर आ, चाहे हिमाचल के फार्मर आ। एक भी सिपाही गुजरात का नहीं है किसी बॉर्डर के उत्ते। बिल्कुल जी, बिल्कुल है, बिल्कुल ठीक है जी। और जिहड़ी गल मैं तुहानू इत्थे कहण लग्या, डिसकंटेंट जिहड़ा फ्रस्ट्रेशन जिस तरीके दी आ रही है फार्मर्स दे विच, खास तौर ते पंजाब या दूसरे हरियाणा या इन्हां लोकां इन्हां सूबियां दे जिहड़े फार्मरां दे बच्चे उत्ते बॉर्डर ते बैठे आ, ਇਹ ਫਰਸਟ੍ਰੇਸ਼ਨ ਜਿਹੜੀ ਆ, ਡਿਸਕੰਟੈਂਟ ਜਿਹੜਾ ਟ੍ਰਾਂਸਫਰ ਹੋਣਾ ਉਹਨਾਂ ਫੌਜੀਆਂ ਦੇ ਮਨਾਂ ਦੇ ਵਿੱਚ, ਉਹਨਾਂ ਦੀ ਮਾਨਸਿਕਤਾ ਦੇ ਵਿੱਚ। ਬਿਲਕੁਲ ਜੀ। ਤੋਂ ਇਹ ਜਿਹੜਾ ਗੱਲ ਹੈਗੀ ਆ, ਜਿਸ ਤਰ੍ਹਾਂ ਖਹਿਰਾ ਸਾਹਿਬ ਕਹਿ ਰਹੇ, ਮੈਂ ਉਹ ਗੱਲ ਨੂੰ ਇੰਡੋਰਸ ਹੀ ਕਰ ਰਿਹਾ, ਇਹ ਡਿਸਕੰਟੈਂਟ ਬਾਰਡਰ ਤੇ ਜਾਏਗਾ। ਇਹ ਫਰਸਟ੍ਰੇਸ਼ਨ ਫਾਰਮਰਸ ਦੀ ਜਿਸ ਕਿਸਮ ਦੀ ਐਕਸਪਲੋਇਟੇਸ਼ਨ ਹੋ ਰਹੀ ਆ ਔਰ ਜਾਣਬੁੱਝ ਕੇ ਕੀਤੀ ਜਾ ਰਹੀ ਹੈ, ਇਟ ਵਿਲ ਟ੍ਰਾਂਸਮਿਟ ਟੂ ਦੀ ਬਾਰਡਰਸ। ਉਹਨਾਂ ਦੇ ਬੱਚੇ ਆ ਹੁਣ ਤਿੰਨ ਉੱਥੇ ਇੰਡੋ ਪਾਕਿਸਤਾਨ ਦੇ ਉੱਤੇ 3 ਫੌਜੀ ਮਰਿਆ, ਇੱਕ ਸਿੱਖ ਮਰਿਆ ਉਹਦੇ ਵਿੱਚੋਂ। ਇਹ ਗੱਲ ਮਤਲਬ ਬਹੁਤ ਇੰਪੋਰਟੈਂਟ ਹੈ। ਇਹਦੀਆਂ ਬਹੁਤ ਸਾਰੀਆਂ ਓਵਰਟੋਨਸ ਹੈਗੀਆਂ, ਲੇਕਿਨ ਪਾਵਰ ਦੇ ਨਸ਼ੇ ਦੇ ਵਿੱਚ ਜਿਹੜੀ ਰੂਲਿੰਗ ਪਾਰਟੀ ਆ, ਖਾਸ ਤੌਰ ਦੇ ਉੱਤੇ ਜਿਹੜੇ ਮੋਦੀ ਸਾਹਿਬ ਆ ਸੁੱਤੇ ਪਏ ਆ, ਉਹਨਾਂ ਨੂੰ ਇਹ ਚੀਜ਼ਾਂ ਨਜ਼ਰ ਨਹੀਂ ਆ ਰਹੀਆਂ। ਤਾਂ ਇਹ ਡਿਸਕੰਟੈਂਟ ਜਿੰਨੀ ਜਲਦੀ ਤੋਂ ਜਲਦੀ ਦੂਰ ਹੋਵੇ ਉਹਨਾਂ ਹੀ ਚੰਗਾ। ਫਿਰ ਦੂਸਰਾ ਫੈਡਰਲ ਸਿਸਟਮ ਆ, ਜਿਹੜਾ ਐਗਰੀਕਲਚਰ ਆ, ਜਿਹੜੀ ਲੈਂਡ ਆ ਉਹ ਸਟੇਟ ਸਬਜੈਕਟ ਆ, ਔਰ ਲੈਂਡ ਦੇ ਉੱਤੇ ਹੀ ਐਗਰੀਕਲਚਰ ਆ। ਤਾਂ ਉਹ ਸਾਰੀ ਜਿਹੜੀ ਸਾਰਾ ਸਟਰਕਚਰ ਹੈ ਇੰਡੀਅਨ ਪੋਲਿਟੀ ਦਾ, ਉਸ ਨੂੰ ਤੋੜਿਆ ਜਾ ਰਿਹਾ ਜਾਣਬੁੱਝ ਕੇ, ਔਰ ਸਾਰੀ ਚੀਜ਼ ਹੈਂਡ ਓਵਰ ਕੀਤੀ ਜਾਣੀ ਆ ਅਲਟੀਮੇਟਲੀ ਟੂ ਜਿਹੜੇ ਗੁਜਰਾਤੀ ਇਸ ਕਿਸਮ ਦੇ ਜਿਹੜੇ ਧਨਾੜ ਲੋਕ ਆ। तो इस करके ये सारी लोगों को बेचारियां किस तरीके फार्मर्स
ਧੱਕਾ ਕੀਤਾ ਜਾ ਰਿਹਾ, ਕਿਸ ਕਿਸਮ ਦੇ ਵਿਚਾਰੇ ਪਰੇਸ਼ਾਨੀ ਦੇ ਵਿੱਚ ਗੁਜ਼ਰ ਰਹੇ ਆ, ਜਿਨ੍ਹਾਂ ਦਾ ਕੋਈ ਫਿਊਚਰ ਨਹੀਂ ਹੈ। ਜੀ ਫਿਊਚਰ ਖਤਮ ਹੋ ਜਾਏਗਾ। ਔਰ ਮੈਂ ਇੱਥੇ ਖਾਸ ਤੌਰ ਤੇ ਹੋਰ ਗੱਲ ਦੱਸਣੀ ਚਾਹੁੰਦਾ, ਦੁਨੀਆ ਦੇ ਇਤਿਹਾਸ ਦੇ ਵਿੱਚ ਇੱਕ ਪੈਗੰਬਰ ਹੋਇਆ ਜਿਸ ਨੇ ਫਾਰਮਰ ਦੇ ਹੱਕ ਦੇ ਵਿੱਚ ਗੱਲ ਕੀਤੀ ਆ। ਹੋਰ ਸਾਰੇ ਪੈਗੰਬਰਾਂ ਨੇ ਫਾਰਮਰ ਦੇ ਖਿਲਾਫ ਵਿਰੋਧ ਵਿੱਚ ਕੀਤੀ ਹੈ। ਪ੍ਰੋਟੈਸਟੈਂਟ ਜਿਹੜਾ ਮਾਰਟਨ ਲੂਥਰ ਸੀ, ਉਸਨੇ ਫਾਰਮਰਸ ਨੂੰ ਕਿਹਾ ਸੀ ਇਹ ਪੈਕ ਆਫ ਪੋਟੈਟੋਸ, ਵੀ ਆਲੂਆਂ ਦੇ ਥੈਲੀਆਂ ਹੈਗੇ ਫਾਰਮਰ। ਇਸੇ ਤਰੀਕੇ ਨਾਲ ਸਟਾਲਿਨ ਨੇ ਰਸ਼ੀਆ ਦੇ ਵਿੱਚ ਜਿਸ ਵਕਤ ਰੈਵੋਲੂਸ਼ਨ ਆਇਆ, ਉਸਨੇ 20 ਲੱਖ ਫਾਰਮਰਾਂ ਨੂੰ ਗੋਲੀ ਨਾਲ ਉਡਾ ਦਿੱਤਾ ਸੀਗਾ। ਸਾਰੀ ਦੁਨੀਆ ਦੇ ਵਿੱਚ ਸਾਰੇ ਪੈਗੰਬਰਾਂ ਨੇ, ਸਾਰੇ ਲੀਡਰਾਂ ਨੇ ਬੇਇਨਸਾਫੀ ਕੀਤੀ ਆ ਫਾਰਮਰ ਨਾਲ, ਐਕਸੈਪਟ ਗੁਰੂ ਨਾਨਕ। ਜੀ ਬਿਲਕੁਲ। ਗੁਰੂ ਨਾਨਕ ਨੇ ਕਿਹਾ ਸੀ ਉੱਤਮ ਖੇਤੀ, ਮੱਧ ਵਪਾਰ, ਤਿੰਗ ਚਾਕਰੀ। ਸਭ ਤੋਂ ਸੁਪੀਰੀਅਰ ਜਿਹੜਾ ਪ੍ਰੋਫੈਸ਼ਨ ਹੈ ਦੁਨੀਆ ਦੇ ਵਿੱਚ, ਇਮਾਨਦਾਰੀ ਵਾਲਾ ਪ੍ਰੋਫੈਸ਼ਨ ਆ, ਪ੍ਰੋਡਕਟਿਵ ਐਂਡ ਯੂਜ਼ਫੁਲ ਪ੍ਰੋਫੈਸ਼ਨ ਆ, ਉਹ ਕੀਤੀ ਆ। ਔਰ ਮਹਾਰਾਜ ਨੇ ਆਪਣੀ ਜ਼ਿੰਦਗੀ ਦੇ ਅਖੀਰਲੇ 18 ਸਾਲ ਫਾਰਮਿੰਗ ਕੀਤੀ ਆ, ਨੌਕਰੀ ਵੀ ਕੀਤੀ, ਵਪਾਰ ਵੀ ਕੀਤਾ। ਅਲਟੀਮੇਟਲੀ ਉਹਨਾਂ ਨੇ ਇਹੀ ਦੱਸਿਆ ਵੀ ਫਾਰਮਰ ਹੀ ਇੱਕ ਇਮਾਨਦਾਰ ਹੈ ਦੁਨੀਆ ਦੇ ਵਿੱਚ। ਉਹ ਕੋਈ ਵੀ ਪ੍ਰੋਫੈਸ਼ਨ ਆ ਜਿਹੜਾ ਉਸ ਦਾ ਆਧਾਰ ਡਿਸਓਨੈਸਟੀ ਦੇ ਉੱਤੇ ਆ। ਫਾਰਮਰ ਦਾ ਸਾਰਾ ਜਿਹੜਾ ਵੀ ਆਧਾਰ ਆ ਉਹ ਇਮਾਨਦਾਰੀ ਦੇ ਉੱਤੇ, ਉਹ ਪ੍ਰੋਡਕਟਿਵ ਆ, ਉਹ ਯੂਜ਼ਫੁਲ ਆ। ਜੌਨ ਐਫ ਕੈਨੇਡੀ ਨੇ ਇੱਕ ਗੱਲ ਕਹੀ ਸੀ, ਬੜੀ ਇੰਪੋਰਟੈਂਟ ਗੱਲ ਆ, ਕਿ ਜਿਹੜਾ ਫਾਰਮਰ ਆ, he sells everything in a big way, but he buys everything in retail. He sells everything in wholesale and buys everything in retail. ਇਹ ਹੈ ਟ੍ਰੈਜਡੀ ਫਾਰਮਰ ਦੀ। ਉਹੀ ਚੀਜ਼ ਜਿਹੜੀ ਫਾਰਮਰ ਪ੍ਰੋਡਿਊਸ ਕਰਦਾ, ਉਸ ਨੂੰ ਹੋਲਸੇਲ ਤੇ ਮਜਬੂਰ ਹੋ ਕੇ ਵੇਚਣਾ ਪੈਂਦਾ ਆਲ ਓਵਰ ਦੀ ਵਰਲਡ। ਔਰ ਉਸ ਨੂੰ ਖਰੀਦਣੀ ਉਹੀ ਚੀਜ਼ ਪੈਂਦੀ ਆ ਰਿਟੇਲ ਦੇ ਵਿੱਚ। ਕਿੰਨੀ ਵੱਡੀ ਟ੍ਰੈਜਡੀ ਹੈ ਫਾਰਮਰ ਦੀ। ਬਿਲਕੁਲ। ਔਰ ਹਾਂਜੀ, ਮੈਂ ਤੁਹਾਡੀ ਗੱਲ 'ਚ ਇੱਕ ਹੋਰ ਗੱਲ ਐਡ ਕਰਨਾ ਚਾਹਾਂਗਾ ਕਿ ਕਿਸਾਨ ਇੱਕ ਉਹ ਸ਼ਖਸੀਅਤ ਹੈ ਜੀ ਜਿਹੜਾ ਆਪ ਕਰਜ਼ਾ ਲੈ ਕੇ ਤੇ ਪੂਰੇ ਮੁਲਕ ਦਾ ਢਿੱਡ ਭਰਦਾ, ਪੂਰੀ ਇਨਸਾਨੀਅਤ ਦਾ ਢਿੱਡ ਭਰਦਾ। ਹਾਂਜੀ ਜੀ ਬਿਲਕੁਲ। ਉਹ ਜਦੋਂ ਲਾਲ ਬਹਾਦਰ ਸ਼ਾਸਤਰੀ ਨੇ ਜਦੋਂ ਨਾਰਾ ਲਾਇਆ ਸੀ ਨਾ, ਜੈ ਜਵਾਨ ਜੈ ਕਿਸਾਨ, ਉਦੋਂ ਇਹਨਾਂ ਨੂੰ ਲੋੜ ਸੀ ਕਿਸਾਨ ਦੀ। ਅੱਜ ਇਹਨਾਂ ਨੂੰ ਲੋੜ ਨਹੀਂ ਹੈ ਕਿਸਾਨ ਦੀ। ਔਰ ਕਿਸਾਨ ਦਾ ਵਿਚਾਰੇ ਦਾ ਜਿਹੜਾ ਫਿਊਚਰ ਹੈ ਉਹ ਡਿਸਮਲ ਤੇ ਡਾਰਕ ਆ। ਉਸ ਨੂੰ ਕੋਈ ਚੀਜ਼ ਨਜ਼ਰ ਨਹੀਂ ਆ ਰਹੀ, ਕਿਉਂਕਿ ਇਹਨਾਂ ਨੂੰ ਵਰਲਡ ਬੈਂਕ ਤੋਂ ਡਾਇਰੈਕਸ਼ਨ ਆਈ ਆ, ਇੰਡੀਅਨ ਗਵਰਨਮੈਂਟ ਤੋਂ, ਇੰਡੀਅਨ ਸਟੇਟ ਨੂੰ, ਪਿੰਡਾਂ ਦੇ ਵਿੱਚੋਂ ਜਿਹੜੀ ਜਿੰਨੀ ਵੀ ਪਾਪੂਲੇਸ਼ਨ ਆ ਉਸਨੂੰ ਅਪਰੂਟ ਕਰਕੇ ਤੁਸੀਂ ਸ਼ਹਿਰਾਂ 'ਚ ਭੇਜ ਦਿਓ। ਔਰ ਵੱਡੇ ਵੱਡੇ ਫਾਰਮ ਬਣਾ ਕੇ ਜਿਹੜੇ ਵੱਡੇ ਵੱਡੇ ਧਨਾੜ ਲੋਕ ਆ, ਜਿਹੜੇ ਜਿਸ ਤਰ੍ਹਾਂ ਰਿਲਾਇੰਸ ਵਾਲੇ ਆ, ਦੂਸਰੇ ਅਡਾਨੀ ਆ, ਵਿਦਾਂਤਾ ਵਾਲੇ ਆ, ਇਹਨਾਂ ਨੂੰ ਹੈਂਡ ਓਵਰ ਕਰ ਦਿਓ। ਇਹ ਬਹੁਤ ਵੱਡੇ ਸਕੇਲ ਦੀ ਕੰਸਪੀਰੇਸੀ ਆ। ਔਰ ਇਸ ਕੰਸਪੀਰੇਸੀ ਨੂੰ ਅਨਫੋਲਡ ਕਰ ਦੇਣਾ ਜਦੋਂ ਵਿਚਾਰੇ ਫਾਰਮਰ ਆਪਣੀਆਂ ਜ਼ਮੀਨਾਂ ਵੇਚ ਕੇ ਸ਼ਹਿਰਾਂ ਦੇ ਵਿੱਚ ਆਉਣਗੇ, ਸ਼ਹਿਰਾਂ ਦੇ ਵਿੱਚੋਂ ਮਜ਼ਦੂਰੀ ਕਰਨ ਦੀ ਕੋਈ ਜਗ੍ਹਾ ਹੀ ਨਹੀਂ, ਗੁੰਜਾਇਸ਼ ਨਹੀਂ ਇਸ ਮੁਲਕ ਦੇ ਵਿੱਚ। ਢਿੱਲੋਂ ਸਾਹਿਬ, ਮੈਂ ਇੱਥੇ ਇੱਕ ਗੱਲ ਕਹਿਣਾ ਚਾਹਾਂਗਾ, ਜਿਵੇਂ ਆਪ ਜੀ ਨੇ ਜ਼ਿਕਰ ਕੀਤਾ ਕਿ ਇਹਨਾਂ ਨੂੰ ਕਿਸਾਨ ਦੀ ਲੋੜ ਨਹੀਂ ਹੈ, ਲੇਕਿਨ ਇੱਕ ਬੜੀ ਵੱਡੀ ਸੱਚਾਈ ਹੈ ਜੀ ਕਿ ਮਤਲਬ ਖਾਸ ਕਰ ਸਾਡੇ ਆਪਣੇ ਇੰਡੀਆ ਦੀ ਮੈਂ ਗੱਲ ਕਰਾਂ, ਬਾਕੀ ਮੁਲਕਾਂ ਦੀ ਗੱਲ ਨਹੀਂ ਕਰਦਾ, ਇੰਡੀਆ ਦੀ ਇਕਨੋਮੀ ਦੀ ਜਿਹੜੀ ਬੈਕਬੋਨ, ਰੀੜ ਦੀ ਹੱਡੀ ਤੇ ਕਿਸਾਨ ਹੀ ਹੈ। ਕਿਉਂਕਿ ਕਿਸਾਨ ਇੱਕ ਖਰਚੀਲਾ, ਕਿਸਾਨ ਇੱਕ ਇਹੋ ਜਿਹਾ ਹੈ ਕਿ ਜੇ ਉਹਦੇ ਕੋਲ ਲੱਖ ਰੁਪਈਆ ਆਉਂਦਾ ਹੈ ਤੇ ਉਹ ਲੱਖ ਰੁਪਏ ਦਾ ਜਾ ਕੇ ਥੋੜਾ ਬਹੁਤ ਟਰੈਕਟਰ 'ਚ ਉਹਨੇ ਲਾਤਾ, ਥੋੜਾ ਬਹੁਤ ਆਪਣੇ ਕੱਪੜਿਆਂ ਤੇ ਲਾਤਾ, ਇੱਧਰ ਲਾਤਾ, ਉੱਧਰ ਲਾਤਾ। ਕਿਸਾਨ ਇੱਕ ਇਹੋ ਜਿਹਾ ਜਿਹਦੇ ਕੋਲ ਸੇਵਿੰਗਸ ਨਹੀਂ ਹੁੰਦੀਆਂ। ਉਹ ਲੱਖ ਰੁਪਈਆ ਆਉਂਦਾ ਤੇ 1 ਲੱਖ ਰੁਪਈਆ ਵੀ 1,20,000 ਖਰਚ ਕੇ ਆਉਂਦਾ ਹੈ। ਸੇਵਿੰਗ ਤਾਂ ਹੋ ਹੀ ਨਹੀਂ ਸਕਦੀ ਜੀ। ਔਰ ਕਿਸਾਨ ਕੈਨੇਡੀ ਨੂੰ ਕੋਟ ਕੀਤਾ, ਮੈਂ ਉਹੀ ਦੱਸ ਰਿਹਾ ਜੀ, ਜੇ ਕਿਸਾਨ ਜਿਹੜਾ ਮਰਜ਼ੀ ਤੇ ਆ, ਹਾਂਜੀ, ਕਿਸਾਨ ਜੇ ਲੱਖ ਰੁਪਈਆ ਖਰਚਦਾ ਜੀ, ਮਜਬੂਰੀ ਵਿੱਚ ਉਸ ਨੂੰ ਹੋਲਸੇਲ 'ਚ ਵੇਚਣਾ ਪੈਂਦਾ, ਖਰੀਦਣਾ ਉਹਨੂੰ ਰਿਟੇਲ 'ਚ ਪੈਂਦਾ। ਜਿਹੜੀ ਕਿਸਾਨ ਦੀ ਜੌਨ ਐਫ ਕੈਨੇਡੀ ਦੀ ਇੱਕ ਕੋਟੇਸ਼ਨ ਹੈਗੀ ਆ, ਜਿਹੜੀ ਹਾਲਾਂਕਿ ਉਹ ਆਪ ਫਾਰਮਰ ਵੀ ਸੀ, ਉਹਦਾ ਮਤਲਬ ਵਾਈਨ ਦਾ ਬਿਜ਼ਨਸ ਕਰਦਾ ਸੀ, ਬੜਾ ਵੱਡਾ ਬਿਜ਼ਨਸਮੈਨ ਸੀ, ਉਹਦਾ ਫਾਦਰ ਵੀ ਤੇ ਉਹ ਆਪ ਵੀ। ਲੇਕਿਨ ਉਸਨੇ ਇਹ ਗੱਲ ਬੜੀ ਇੰਪੋਰਟੈਂਟ ਕਹੀ ਵੀ ਹੈ, ਗੱਲ ਬੜੀ ਸਿਗਨੀਫਿਕੈਂਟ ਹੈ। ਇਹੀ ਟ੍ਰੈਜਡੀ ਹੈ ਕਿਸਾਨ ਦੀ ਸਾਰੀ ਵਰਲਡ ਓਵਰ। ਔਰ ਦੇਖੋ, ਅਮਰੀਕਾ ਦੇ ਵਿੱਚ ਹਰ ਇੱਕ ਕਿਸਾਨ ਨੂੰ $6,000 ਦੀ ਸਬਸਿਡੀ ਦਿੰਦੀ ਹੈ ਅਮਰੀਕਨ ਗਵਰਨਮੈਂਟ। ਇੰਡੀਆ ਦੇ ਵਿੱਚ 202 ਰੁਪਏ ਸਾਲ ਦੀ ਸਬਸਿਡੀ ਮਿਲਦੀ ਹੈ ਪਰ ਕਿਸਾਨ ਨੂੰ। ਜੇ ਉਸਨੂੰ ਤੁਸੀਂ ਐਵਰੇਜ ਕੱਢੋ, ਉਹ ਵੀ ਵਿਚਾਰਾ ਗਰੀਬ ਕਿਸਾਨ ਨੂੰ ਤਾਂ ਮਿਲਦਾ ਹੀ ਕੱਖ ਨਹੀਂ। ਹੁਣ ਦੇਖੋ, MSP ਦੀ ਜਿਹੜੀ ਮੱਕੀ ਦੀ ਪ੍ਰਾਈਸ ਆ 1,850 ਰੁਪਈਆ, ਔਰ ਮਜਬੂਰ ਹੋ ਕੇ ਕਿਸਾਨ ਨੂੰ ਆਪਣੀ ਮੱਕੀ ਆ ਜਿਹੜੀ
600 700 800 रुपए से बेचनी पै रही है। किसी जगह 600 650 ਤੇ ਕਿਸੇ ਜਗ੍ਹਾ 700 750 ਤੇ ਵੱਧ ਤੋਂ ਵੱਧ 800 ਰੁਪਏ ਤੇ। ਇਹ ਕਿੰਨੀ ਬੜੀ ਲਾਹਨਤ ਵਾਲੀ ਗੱਲ ਹੈ ਇਸ ਮੁਲਕ ਦੇ ਉੱਤੇ। ਕਿਸ ਤਰੀਕੇ ਦੇ ਨਾਲ ਕਿਸਾਨ ਦੀਆਂ ਮਜਬੂਰੀਆਂ ਨੂੰ ਐਕਸਪਲੋਇਟ ਕੀਤਾ ਜਾ ਰਿਹਾ ਇਸ ਮੁਲਕ ਦੇ ਵਿੱਚ, ਔਰ ਵਿਚਾਰਾ ਕਿੱਥੋਂ ਜਾ ਕੇ ਉਹ ਕਿੰਨੀ ਮਿਹਨਤ ਨਾਲ ਕਿੰਨਾ ਪੈਸਾ ਖਰਚ ਕਰਕੇ ਕਿੰਨਾ ਟਾਈਮ ਕੰਜ਼ਿਊਮ ਕਰਕੇ ਉਹ ਵਿਚਾਰਾ ਪ੍ਰੋਡਿਊਸ ਕਰਦਾ, ਔਰ ਉਹ ਪ੍ਰੋਡਕਟ ਜਿਹੜੀ ਉਹਦੀ ਪ੍ਰੋਡਕਟ ਹੈ ਉਸ ਨੂੰ ਕਿਸ ਤਰੀਕੇ ਨਾਲ ਦੁਰਦਸ਼ਾ ਦੇ ਨਾਲ ਉਸ ਨੂੰ ਮਜਬੂਰ ਕਰਕੇ ਵੇਚਣਾ ਪੈ ਰਿਹਾ। ਜੀ 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 ਮੈਂ ਢਿੱਲੋਂ ਸਾਹਿਬ ਇੱਕ ਅਗਲਾ ਸਵਾਲ ਜਿਹੜਾ ਕਿ ਮੈਂ ਮਤਲਬ ਤੁਹਾਨੂੰ ਔਰ ਖਹਿਰਾ ਸਾਹਿਬ ਨੂੰ ਸਾਂਝਾ ਇੱਕ ਸਵਾਲ ਕਰ ਰਿਹਾ, ਤੇ ਪਹਿਲੇ ਮੈਂ ਜਵਾਬ ਖਹਿਰਾ ਸਾਹਿਬ ਤੋਂ ਲੈਣਾ ਚਾਹਾਂਗਾ। ਖਹਿਰਾ ਸਾਹਿਬ, ਇਹ ਜਿਹੜਾ ਹੁਣ ਨਵਾਂ ਕਾਨੂੰਨ ਪਾਸ ਹੋ ਗਿਆ, ਇਹਦੇ ਤੇ ਕਿਸਾਨਾਂ ਦੇ ਜਿਹੜੇ ਸੁਸਾਈਡ ਹੁੰਦੇ ਸਨ ਉਹ ਵਧਣਗੇ ਘਟਣਗੇ, ਉਹਦੇ ਬਾਰੇ ਥੋੜਾ ਜਿਹਾ ਖਹਿਰਾ ਸਾਹਿਬ ਆਪ ਜੀ ਤੋਂ ਸਵਾਲ ਹੈ, ਕੀ ਕਹਿਣਾ ਚਾਹੋਗੇ ਕਿਸਾਨਾਂ ਦੇ ਸੁਸਾਈਡ ਬਾਰੇ? ਨਹੀਂ ਦੇਖੋ, ਉਹਦੇ ਤਾਂ ਵਾਧਾ ਹੀ ਹੋਵੇਗਾ ਜੀ। ਬੜੀ ਸਾਦੀ ਜੀ ਅਸੈਸਮੈਂਟ ਆ ਕਿ ਜਦੋਂ ਤੁਸੀਂ ਕਿਸਾਨਾਂ ਦਾ ਹੋਰ ਸ਼ੋਸ਼ਣ ਕਰੋਗੇ, ਉਹ ਪਹਿਲਾਂ ਹੀ ਐਕਸਪਲੋਇਟਡ ਆ ਪਿਛਲੇ 72 ਇਅਰਸ ਤੋਂ ਇੰਡੀਪੈਂਡੈਂਟ ਇੰਡੀਆ ਵਿੱਚ। ਉਹ ਘਾਟੇ ਦਾ ਸੌਦਾ ਕਰ ਰਹੇ ਨੇ, ਉਹਨਾਂ ਤੇ 1 ਲੱਖ ਕਰੋੜ ਦਾ ਕਰਜ਼ਾ ਚੜ ਗਿਆ, ਉਹਨਾਂ ਨੂੰ ਸ਼ੌਂਕ ਨਹੀਂ ਹੈ ਸੁਸਾਈਡ ਦਾ। ਇੱਕ ਐਕਟਰ ਨੇ ਸੁਸਾਈਡ ਕੀਤੀ ਇੰਡੀਆ ਵਿੱਚ ਤੇ ਸਾਰਾ ਦੇਸ਼ ਕਮਲਾ ਹੋਇਆ ਫਿਰਦਾ, ਇਨਕਲੂਡਿੰਗ ਸੁਪਰੀਮ ਕੋਰਟ। ਉਹਨੇ CBI ਦੀ ਜਾਂਚ ਲਾਤੀ, ਸਰਕਾਰ ਨੇ 3 ਏਜੰਸੀਆਂ ਉਹਦੇ 'ਚ ਵਾੜਤੀਆਂ, ED, ਜਦ ਕਿ ਉਹ ਏਮਸ ਦੀ ਰਿਪੋਰਟ ਆ ਰਹੀ ਦੁਬਾਰਾ ਸਭ ਤੋਂ ਟੌਪ ਤੋਂ ਹਸਪੀਟਲ ਇੰਡੀਆ ਦਾ, ਉਹ ਕਹਿੰਦਾ ਕਿ ਦਿਸ ਇਜ਼ ਨਾਟ ਅ ਮਰਡਰ, ਦਿਸ ਇਜ਼ ਅ ਕੇਸ ਆਫ ਸਿੰਪਲ ਸੁਸਾਈਡ। ਔਰ ਜਦੋਂ ਤਾਮਿਲਨਾਡੂ ਤੋਂ ਲੈ ਕੇ ਪੰਜਾਬ ਤੱਕ ਲੱਖਾਂ ਕਿਸਾਨ ਸੁਸਾਈਡ ਕਰਦੇ, ਉਹਨਾਂ ਦੀ ਤਾਂ ਕੋਈ CBI ਦੀ ਜਾਂਚ ਨਹੀਂ ਕਰਾਈ। ਇਸ ਲਈ ਮੇਰਾ ਇਹ ਮੰਨਣਾ ਕਿ ਜਦੋਂ ਕਿਸਾਨਾਂ ਨੂੰ ਹੋਰ ਤੁਸੀਂ ਉਹਨਾਂ ਦਾ ਖੂਨ ਚੂਸੋਗੇ, ਉਹਨਾਂ ਨੂੰ ਹੋਰ ਘਾਟੇ ਦੇ ਸੌਦੇ ਵੱਲ ਧੱਕੋਗੇ, ਉਹਨਾਂ ਦੀ MSP ਖਤਮ ਕਰ ਦਿਓਗੇ, ਉਹਨਾਂ ਦੇ ਸਟੇਟਾਂ ਦੇ ਅਧਿਕਾਰਾਂ ਤੇ ਡਾਕਾ ਮਾਰੋਗੇ, ਤੇ ਕਿਸਾਨ ਤਾਂ ਹੋਰ ਹਤਾਸ਼ ਹੋਵੇਗਾ ਤਾਂ ਹੋਰ ਉਹ ਇਸ ਵੱਲ ਜਾਵੇਗਾ। ਕਿਸਾਨ ਜਿਹੜੇ ਪੰਜਾਬ ਦੇ ਨੇ ਉਹ ਇਸ ਮਜਬੂਰੀ ਦੇ ਕਰਕੇ ਕਰਜ਼ਾ ਚੱਕ ਕੇ ਜ਼ਮੀਨਾਂ ਵੇਚ ਕੇ ਉਹਨਾਂ ਨੇ ਆਪਣੇ ਬੱਚਿਆਂ ਨੂੰ ਲੱਖਾਂ ਦੀ ਤਾਦਾਦ ਵਿੱਚ ਸਾਰੀ ਦੁਨੀਆ ਵਿੱਚ ਇੱਥੋਂ ਬਾਹਰ ਕੱਢਤਾ ਪੰਜਾਬ ਨੂੰ। ਔਰ ਜਿਹੜੇ ਵਿਚਾਰੇ ਗਰੀਬ ਰਹਿ ਗਏ ਨੇ, ਉਹਨਾਂ ਕੋਲ ਚਾਰਾ ਨਹੀਂ, ਉਹ ਨਸ਼ਿਆਂ 'ਚ ਫਸ ਗਏ ਨੇ, ਉਹ ਕ੍ਰਿਮੀਨਲਸ ਗਿਣੇ ਜਾਂਦੇ ਨੇ। ਸੋ ਨੋ ਵੇਅਰ ਟੂ ਗੋ। ਅਲਟੀਮੇਟਲੀ ਜੋ ਕੁਝ ਮੋਦੀ ਸਾਹਿਬ ਕਰ ਰਹੇ ਨੇ, ਦਿਸ ਇਜ਼ ਐਬਸੋਲੂਟਲੀ ਐਂਟੀ ਫਾਰਮਰ, ਐਂਟੀ ਸਟੇਟ ਔਰ ਵੈਸੇ ਐਂਟੀ ਹਿਊਮੈਨਿਟੇਰੀਅਨ ਕੰਮ ਕਰ ਰਹੇ ਨੇ। ਇਸ ਲਈ ਇਹਨਾਂ ਨੂੰ ਇਹ ਗੱਲ ਨੂੰ ਕਰੈਕਟ ਕਰਕੇ ਔਰ ਆਪਣੇ ਗੱਲ ਸੁਧਾਰਨ ਕਰਨਾ ਚਾਹੀਦਾ। ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਸਾਡੇ ਬਹੁਤ ਆਦਰਨੀय ਵਿਦਵਾਨ ਨੇ, ਬੜੇ ਇੰਟੈਲੈਕਚੁਅਲ ਨੇ ਪੰਜਾਬ ਦੇ। ਇਹਨਾਂ ਨੇ ਪਾਣੀਆਂ ਤੇ ਬਹੁਤ ਰਿਸਰਚ ਕੀਤੀ। ਦੇਖੋ 14 ਲੱਖ ਟਿਊਬਵੈਲ ਅਸੀਂ ਸਾਡੇ ਦਰਿਆਵਾਂ ਦਾ ਪਾਣੀ ਖੋਲਿਆ ਇਹਨਾਂ ਨੇ, ਤੇ ਅਸੀਂ 14 ਲੱਖ ਟਿਊਬਵੈਲ ਨਾਲ ਪੈਡੀ ਖਾਸ ਤੌਰ ਤੇ ਆਪਣੇ ਸਰਵਾਈਵਲ ਵਾਸਤੇ, ਕਿਉਂਕਿ ਹੋਰ MSP ਹੈ ਹੀ ਨਹੀਂ ਕਿਤੇ, ਅਸੀਂ 14 ਲੱਖ ਟਿਊਬਵੈਲ ਲਾ ਕੇ ਜ਼ਮੀਨ ਦਾ ਪਾਣੀ ਇੰਨਾ ਕੱਢ ਲਿਆ ਬਾਹਰ ਕਿ ਹਰ ਦੁਨੀਆ ਦੀ ਜਿਹੜੀ ਕੋਈ ਵੀ ਰਿਸਰਚ ਏਜੰਸੀ ਆ, ਚਾਹੇ ਨਾਸਾ ਵਾ, ਉਹ ਕਹਿੰਦੀ ਕਿ ਆਉਣ ਵਾਲੇ ਕੁਝ ਸਮੇਂ 'ਚ ਸਾਡਾ ਪੰਜਾਬ ਦਾ ਪਾਣੀ ਖਤਮ ਹੋ ਜਾਵੇਗਾ, ਤੇ ਨਾ ਸਾਡੇ ਕੋਲ ਪਾਣੀ ਰਹਿਣਾ, ਤੇ ਨਾ ਸਾਡੇ ਕੋਲ ਖੇਤੀ ਦੇ ਆਮਦਨ ਰਹਿਣੀ, ਤੇ ਨਾ ਸਾਡੇ ਕੋਲ ਰੇਟ ਹੋਣਾ ਰਹਿਣਾ, ਤੇ ਫਿਰ ਹੋਰ ਕਿਸਾਨਾਂ ਦੇ ਕੋਲ ਸੁਸਾਈਡ ਕਰਨ ਤੋਂ ਬਾਅਦ ਇਲਾਵਾ ਹੋਰ ਅਲਟਰਨੇਟਿਵ ਕੀ ਬਚੇਗਾ? ਦਿਸ ਇਜ਼ ਦ ਟਰੂ ਪਿਕਚਰ ਆਫ ਪੰਜਾਬ। Parminder ji, I have to leave this discussion. Please carry on with our very honorable friend Gurdarshan Dhillon ji. Thank you so much. ਠੀਕ ਹੈ ਖਹਿਰਾ ਸਾਹਿਬ, ਬਹੁਤ ਬਹੁਤ ਧੰਨਵਾਦ ਆਪ ਜੀ ਦਾ ਸਾਡੇ ਨਾਲ ਜੁੜਨ ਵਾਸਤੇ। ਤੇ ਬਾਕੀ ਅਸੀਂ ਅਗਲੀ ਗੱਲਬਾਤ ਜਿਹੜੀ ਆਪਣੀ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਨਾਲ ਜਾਰੀ ਰੱਖਦੇ ਹਾਂ। ਤੇ ਮੈਂ ਥੋੜੀ ਜਿਹੀ ਇੱਥੇ ਇੱਕ ਇੰਟਰੋਡਕਸ਼ਨ ਢਿੱਲੋਂ ਸਾਹਿਬ ਬਾਰੇ ਵੀ ਦੇ ਦਿਆਂ ਕਿ ਢਿੱਲੋਂ ਸਾਹਿਬ ਹਿਸਟਰੀ ਦੇ ਰਿਟਾਇਰਡ ਪ੍ਰੋਫੈਸਰ ਹੈਗੇ ਨੇ। MA 'ਚ ਹਿਸਟਰੀ ਕੀ ਜਿਹੜੀ ਕੀਤੀ ਇਹਨਾਂ ਨੇ 1966 ਵਿੱਚ, ਤੇ ਕਈ ਬੁੱਕਸ ਲਿਖੀਆਂ ਨੇ 1989 ਵਿੱਚ, 1991 ਵਿੱਚ, ਤੇ ਟਰੂਥ ਅਬਾਊਟ ਪੰਜਾਬ 1996 ਵਿੱਚ ਜਿਹੜਾ ਕਿ SGPC ਤੇ ਲਿਖੀ ਸੀਗੀ। ਤੇ ਵਾਪਸ ਮੈਂ ਖਹਿਰਾ ਸਾਹਿਬ ਜਾ ਚੁੱਕੇ ਨੇ, ਤੇ ਮੈਂ ਹੁਣ ਵਾਪਸ ਆਣਾ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਜੀ ਕੋਲ। ਢਿੱਲੋਂ ਸਾਹਿਬ, ਸੇਮ ਜਿਹੜਾ ਕੁਐਸਚਨ ਮੈਂ ਹੁਣੇ ਪੁੱਛਿਆ ਸੀਗਾ ਖਹਿਰਾ ਸਾਹਿਬ ਨੂੰ, ਉਹੀ ਸਵਾਲ ਆਪ ਜੀ ਨੂੰ ਕਰਦਾ ਮੈਂ ਕਿ ਆਪ ਜੀ ਇਸ ਬਾਰੇ ਦੱਸੋ ਕਿ ਕਿਸਾਨਾਂ ਦੇ ਜਿਹੜੇ ਸੁਸਾਈਡ ਨੇ, ਜਿਹੜੇ ਕਿ ਪਹਿਲੇ ਹੀ ਮਤਲਬ ਇੰਨੇ ਜ਼ਿਆਦਾ ਨੇ ਕਿ ਅਸੀਂ ਸੁਣ ਕੇ ਹੀ ਦਿਲ ਦਹਿਲ ਜਾਂਦਾ, ਉਹ ਹੁਣ ਵਧਣਗੇ ਘਟਣਗੇ, ਕੀ ਹੋਏਗਾ? ਕੀ ਇਸ ਬਿੱਲ ਨਾਲ, ਕਿਉਂਕਿ ਸਰਕਾਰਾਂ ਤੇ ਖਾਸ ਕਰ ਮੋਦੀ ਸਾਹਿਬ ਤੇ ਬਿੱਲ ਦੀਆਂ, ਉਹ ਜਿਵੇਂ GST ਦੀ ਤੇ ਨੋਟਬੰਦੀ ਦੀ ਤਾਰੀਫਾਂ ਕੀਤੀਆਂ ਸੀ, ਉਵੇਂ ਹੀ ਬਿੱਲ ਦੀਆਂ ਤਾਰੀਫਾਂ ਕਰ ਰਹੇ ਨੇ, ਤੇ ਉਹਨਾਂ ਦੀ ਤਾਰੀਫਾਂ ਕਿੰਨੀਆਂ ਕਾਮਯਾਬ ਨੇ ਸਾਰਾ ਮੁਲਕ ਜਾਣਦਾ ਹੈ। ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ, ਕਿਸਾਨ ਵਿਚਾਰਾ ਸੁਸਾਈਡ ਕੌਣ ਕਰਦਾ? ਸੁਸਾਈਡ ਮੌਤ ਸਹੇੜ ਦੀ ਕੋਈ ਛੋਟੀ ਗੱਲ ਹੈ। ਆਲਰੇਡੀ ਕਿਸਾਨ ਆ ਜਿਹੜਾ ਉਹ ਖਤਮ ਹੋ ਚੁੱਕਿਆ ਫਾਈਨੈਂਸ਼ੀਅਲੀ। ਜੀ ਜੀ। ਲੇਕਿਨ ਕਿਸਾਨ ਦੇ ਵਿੱਚ ਇੱਕ ਬੜੀ ਵੱਡੀ ਚੀਜ਼ ਹੈ, ਉਹਦੇ 'ਚ ਇੱਕ ਅਣਖ ਹੁੰਦੀ ਹੈ। ਬਿਲਕੁਲ ਜੀ, ਬਿਲਕੁਲ। ਉਹਦੇ 'ਚ ਸਵੈਮਾਨ ਹੁੰਦਾ। ਉਸ ਦੇ ਵਿੱਚ ਉਹੀ ਸਵੈਮਾਨ ਸਾਨੂੰ ਗੁਰੂ ਨਾਨਕ ਨੇ ਦਿੱਤਾ ਹੈਗਾ, ਅਣਖ ਤੇ ਸਵੈਮਾਨ।
ਉਹ ਆਪਣੀ ਅਣਖ ਤੇ ਸਵੈਮਾਨ ਦੇ ਕਾਰਨ ਇਸ ਕਿਸਮ ਦੀ ਜਿਹੜੀ ਦੁਰਦਿਸ਼ਾ ਕਿਸਾਨ ਦੀ ਹੋ ਰਹੀ ਹੈ ਇਸ ਮੁਲਕ ਦੇ ਵਿੱਚ ਔਰ ਕੀਤੀ ਜਾ ਰਹੀ ਹੈ ਸਰਕਾਰ ਰਾਹੀਂ ਜਾਣ ਬੁੱਝ ਕੇ ਜੀ ਔਰ ਉਸ ਨੂੰ ਉਹ ਬਰਦਾਸ਼ਤ ਨਾ ਕਰਦਾ ਹੋਇਆ ਉਹ ਕਹਿੰਦਾ ਵੀ ਮੈਂ ਇਸ ਜ਼ਲਾਲਤ ਤੋਂ ਕਿਸੇ ਨਾ ਕਿਸੇ ਤਰੀਕੇ ਨਾਲ ਖੜਾ ਛੁਡਾਵਾਂ ਤਾਂ ਕਿ ਮੈਂ ਇਸ ਕਿਸਮ ਦੀ ਦੁਰਦਿਸ਼ਾ ਦੇ ਵਿੱਚ ਆਪਣੀ ਜ਼ਿੰਦਗੀ ਨਾਲ ਬਸਰ ਕਰਾਂ ਜਿਸ ਕਿਸਮ ਦੀ ਐਕਸਪਲੋਇਟੇਸ਼ਨ ਇੱਥੇ ਦੀ ਸਰਕਾਰ ਕਿਸਾਨ ਦੇ ਨਾਲ ਕਰ ਰਹੀ ਹੈ ਤਾਂ ਉਹ ਵਿਚਾਰਾ ਮਜਬੂਰ ਹੋ ਕੇ ਖੁਦਕੁਸ਼ੀ ਕਰਦਾ। ਖੁਦਕੁਸ਼ੀ ਕਰਨ ਲਈ ਥੋੜੀ ਗੱਲ ਆ, ਆਦਮੀ ਮਾੜੀ ਜੀ ਚੀਜ਼ ਵੀ ਵੱਜੇ ਕਿਸੇ ਜਗ੍ਹਾ ਬੋਡੀ ਦੇ ਉੱਤੇ ਆਦਮੀ ਦਵਾਈ ਲੈਣ ਭੱਜਦਾ। ਕਿਸਾਨ ਦੇ ਕੋਲ ਵਿਚਾਰੇ ਕੋਲ ਕੋਈ ਸਾਧਨ ਨਹੀਂ ਹੈ, ਉਹਦੇ ਬੱਚੇ ਰੋਂਦੇ ਆ, ਉਹ ਬੱਚਾ ਨੂੰ ਪੜ੍ਹਾ ਨਹੀਂ ਸਕਦਾ, ਬੱਚਾ ਬਿਮਾਰ ਹੋ ਜੇ ਉਹਦਾ ਇਲਾਜ ਨਹੀਂ ਕਰਾ ਸਕਦਾ, ਨਾ ਚੰਗਾ ਉਹਦਾ ਰਹਿਣਾ, ਨਾ ਚੰਗੀ ਉਹਦੀ ਖੁਰਾਕ। ਉਹ ਆਪਣਾ ਆਪ ਜੇ ਦੁੱਧ ਵੀ ਵਿਚਾਰਾ ਵੇਚਦਾ, ਉਹ ਦੁੱਧ ਵੀ ਮੈਂ ਤੁਹਾਨੂੰ ਦੱਸ ਦਿੰਦਾ ਇਹ ਉਸ ਦੇ ਉੱਤੇ ਵੀ ਇੰਪੋਰਟ ਕੀਤਾ ਜਾਏਗਾ ਨਿਊਜ਼ੀਲੈਂਡ ਜਾਂ ਦੂਸਰੇ ਮੁਲਕਾਂ ਦੇ ਵਿੱਚੋਂ। ਤੋਂ ਇਸ ਕਰਕੇ ਜਿਹੜੇ ਲੋਕ ਕਰਦੇ ਆ ਫਾਰਮਿੰਗ ਇਸ ਦੀ ਮੱਝਾਂ ਵਗੈਰਾ ਗਊਆਂ ਵਗੈਰਾ ਦੁੱਧ ਦਾ ਰੱਖਦੇ ਆ, ਉਹ ਵੀ ਵਿਚਾਰਿਆਂ ਦਾ ਰੁਜ਼ਗਾਰ ਖਤਮ ਹੋ ਰਿਹਾ ਇਸ ਮੁਲਕ ਦੇ ਵਿੱਚੋਂ ਕਿਸੇ ਪੱਖੋਂ ਵੀ। ਕਿਸੇ ਔਰ ਇਸੇ ਤਰੀਕੇ ਨਾਲ ਪੋਲਟਰੀ ਦਾ ਵੀ ਕੰਮ ਖਤਮ ਹੋ ਰਿਹਾ, ਉਹ ਇੰਪੋਰਟ ਕਰਨਗੇ ਅਮਰੀਕਾ ਤੋਂ, ਅਮਰੀਕਾ ਉਹਨਾਂ ਨੂੰ ਫੋਰਸ ਕਰ ਰਿਹਾ। ਤੋਂ ਕਿਸੇ ਪੱਖੋਂ ਕਿਸਾਨ ਦੇ ਕਿਸੇ ਐਂਗਲ ਤੋਂ ਕਿਸੇ ਸਾਈਡ ਤੋਂ ਉਸ ਨੂੰ ਇਹਨਾਂ ਨੇ ਛੱਡਣਾ ਨਹੀਂ ਹੈ। ਇਹ ਪਾਲਿਸੀ ਹੈਗੀ ਆ ਮੋਦੀ ਦੀ ਔਰ ਮੋਦੀ ਦੀ ਪਾਰਟੀ ਦੀ ਪਾਲਿਸੀ ਆ ਕਿ ਕਿਸੇ ਦਾ ਹਰ ਢੰਗ ਤੋਂ ਕਿਸਾਨ ਨੂੰ ਖਤਮ ਕਰ ਦੇਣਾ, ਖਾਸ ਤੌਰ ਤੇ ਪੰਜਾਬ ਦੇ ਕਿਸਾਨ ਨੂੰ, ਸਿੱਖ ਕਿਸਾਨ ਨੂੰ। ਸਭ ਤੋਂ ਵੱਧ ਸ਼ਹਾਦਤਾਂ ਜਿਹੜੀਆਂ ਬਾਰਡਰ ਤੇ ਹੋ ਰਹੀਆਂ, ਇੱਕ ਛੋਟੀ ਜਿਹੀ ਕਮਿਊਨਿਟੀ ਸਿੱਖਾਂ ਦੀ, ਉਹਨਾਂ ਦਾ ਨੰਬਰ ਵੱਧਦਾ। ਜੇ ਉੱਥੇ 20 ਬੰਦੇ ਮਰੇ ਆ ਗਲਵਾਨ ਦੇ ਵਿੱਚ, 5 ਸਿੱਖ ਮਰੇ ਆ ਉਹਨਾਂ ਦੇ ਵਿੱਚੋਂ, 3 ਪਰਸੋਂ ਮਰੇ ਆ ਪਾਕਿਸਤਾਨ ਦੀ ਗੋਲਾਬਾਰੀ ਦੇ ਨਾਲ, 1 ਸਿੱਖ ਆ ਉਹਨਾਂ ਦੇ ਵਿੱਚੋਂ। ਤੋਂ ਮੇਰਾ ਮਤਲਬ ਮਰਨ ਨੂੰ ਸਿੱਖ ਤੇ ਫਾਇਦੇ ਉਠਾਉਣ ਨੂੰ ਗੁਜਰਾਤੀ, ਧਨਾੜ ਤੇ ਹਿੰਦੁਸਤਾਨ ਦੀ ਸਰਕਾਰ। ਕੋਈ ਗੱਲ ਹੋਈ ਹੈ ਜੀ ਕਿ ਅੰਨਦਾਤਾ ਨੂੰ ਭੁੱਖਾ ਮਾਰਿਆ ਜਾ ਰਿਹਾ, ਖਾਸ ਕਰ ਪੰਜਾਬੀ ਨੂੰ। ਹਾਂ ਜੀ, ਖਾਸ ਤੌਰ ਤੇ ਪੰਜਾਬ ਦੇ ਸਿੱਖ ਨੂੰ ਇਹ ਮੁਲਕ ਦੀ ਜਿਹੜੀਆਂ ਸਰਕਾਰਾਂ ਸ਼ੁਰੂ ਤੋਂ ਹੁਣ ਤੋਂ ਨਹੀਂ 1947 ਤੋਂ ਜਦੋਂ ਤਾਂ ਲੋੜ ਸੀ ਵੀ ਅਨਾਜ ਜਿਹੜਾ ਬਾਹਰੋਂ PL40 ਦਾ ਬੜੀਆਂ ਕੰਡੀਸ਼ਨ ਦੇ ਉੱਤੇ ਮੰਗਾਇਆ ਜਾਣਾ ਸੀਗਾ ਅਮਰੀਕਾ ਤੋਂ, ਉਸ ਦਿਨ ਤੋਂ ਤਾਂ ਜੈ ਜਵਾਨ ਜੈ ਕਿਸਾਨ। ਹੁਣ ਕੀ ਆ, ਜੈ ਜਵਾਨ ਤਾਂ ਹੈ, ਜੈ ਕਿਸਾਨ ਖਤਮ ਹੋ ਚੁੱਕਿਆ। ਢਿੱਲੋਂ ਸਾਹਿਬ ਜੈ ਜਵਾਨ ਵੀ ਕਿੱਥੇ ਰਹਿ ਗਿਆ? ਢਿੱਲੋਂ ਸਾਹਿਬ ਜੈ ਜਵਾਨ ਵੀ ਕਿੱਥੇ ਰਹਿ ਗਿਆ? ਹਾਂਜੀ, ਜੈ ਜਵਾਨ ਵੀ ਕਿੱਥੇ ਰਹਿ ਗਿਆ ਜੀ? ਉਹ ਜੈ ਜਵਾਨ ਤਾਂ ਮੈਂ ਤੁਹਾਨੂੰ ਦੱਸ ਰਿਹਾ, ਉਹ ਤਾਂ ਵਿਚਾਰਾ ਬਾਰਡਰ ਦੇ ਉੱਤੇ ਮਰਨ ਨੂੰ ਤੇ ਮਰਵਾਇਆ ਜਾ ਰਿਹਾ। ਜੀ ਬਿਲਕੁਲ। ਇੱਕ ਬੜੀ ਵੱਡੀ ਤਰਾਸਦੀ ਆ ਔਰ ਇਹ ਜਿਸ ਕਿਸਮ ਦੀ ਕਿਸਾਨਾਂ ਦੇ ਵਿੱਚ ਜੇ ਫਰਸਟ੍ਰੇਸ਼ਨ ਆਏਗੀ, ਉਹਨਾਂ ਦੇ ਬੱਚੇ ਫਾਰਮ ਉੱਤੇ ਬੈਠੇ ਬਾਰਡਰ ਤੇ ਫਰਸਟ੍ਰੇਟ ਹੋਣਗੇ। ਇਸ ਗੱਲ ਦਾ ਅੰਦਾਜ਼ਾ ਹਿੰਦੁਸਤਾਨ ਦੀ ਸਰਕਾਰ ਨੂੰ ਨਹੀਂ ਹੈਗਾ, ਕਿਉਂਕਿ ਹਿੰਦੁਸਤਾਨ ਦੀ ਜਿਹੜੀ ਸਾਰੀ ਸਰਕਾਰ ਤੇ ਐਸਟੈਬਲਿਸ਼ਮੈਂਟ ਆ ਉਹ ਟੋਟਲੀ ਸ਼ਹਿਰੀ ਆ, ਟੋਟਲੀ ਅਰਬਨਾਈਜ਼ਡ ਹੈ। ਤੋਂ ਉਹ ਤਾਂ ਸਿਰਫ ਫਾਰਮਰਸ ਨੂੰ ਇੱਕ ਕਾਨੂੰਨੀ ਸਮਝਦੇ ਆਪਣੇ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ ਨਾ, ਮਾਰਟਨ ਲੂਥਰ ਜਿਸਨੇ ਪ੍ਰੋਟੈਸਟੈਂਟ ਮੂਵਮੈਂਟ ਬਣਾਈ ਦੁਨੀਆ ਦੇ ਵਿੱਚ, ਉਸ ਦੀ ਸਟੇਟਮੈਂਟ ਹੈ ਪੈਕ ਆਫ ਪੋਟੈਟੋਜ਼ ਹੈਗੀ ਹੈ, ਇਹ ਆਲੂਆਂ ਦਾ ਥੈਲੇ ਹੈਗੀ ਹੈ। ਇਸੇ ਤਰੀਕੇ ਦੀ ਮਾਰਕਸ ਨੇ ਵੀ, ਕਾਰਲ ਮਾਰਕਸ ਨੇ ਵੀ ਜਿਹੜੇ ਫਾਰਮਰਸ ਦੇ ਬਾਰੇ ਇਸ ਕਿਸਮ ਦਾ ਕੰਟੈਂਟ ਹੀ ਕਿਹਾ। ਔਰ ਸਟਾਲਿਨ ਨੇ ਲਿਖਾ ਕਿਸਾਨ ਮਾਰੇ, ਸਾਰੀ ਦੁਨੀਆ ਦੇ ਵਿੱਚ ਕਿਸਾਨ ਹੀ ਮਰਦਾ, ਹਿੰਦੁਸਤਾਨ ਵਿੱਚ ਕਿਸਾਨ ਹੀ ਮਰਿਆ। ਤੋਂ ਲੇਕਿਨ ਉਸਦੇ ਕੋਲ ਵਿਚਾਰੇ ਕੋਲ ਹੋਰ ਕੋਈ ਚਾਰਾ ਨਹੀਂ। ਪੰਜਾਬ ਦੀਆਂ ਐਡੀਆਂ ਫਰਟਾਈਲ ਜ਼ਮੀਨਾਂ ਪਾਕਿਸਤਾਨ ਤੇ ਛੱਡ ਕੇ ਆ ਕੇ ਇੱਥੇ ਰੁਲਦੇ ਰਹੇ ਔਰ ਕਿਸ ਤਰੀਕੇ ਨਾਲ ਪੰਜਾਬ ਦਾ ਜਿਹੜਾ ਪਾਣੀ ਆ ਅਨਕਨਸਟੀਟਿਊਸ਼ਨਲ ਢੰਗਾਂ ਨਾਲ ਬਾਹਰ ਲਿਜਾਇਆ ਗਿਆ ਪੰਜਾਬ ਤੋਂ ਬਾਹਰ। ਮੇਰੀ ਕਿਤਾਬ ਆ ਉਸਦੇ ਉੱਤੇ ਸਾਰੀ, ਔਰ ਅੱਜ ਦੀ ਨਹੀਂ ਲਿਖੀ, 1992 ਦੀ ਲਿਖੀ ਹੈ ਇੰਡੀਆ ਕਮਿਊਨਿਸਟ ਸੁਸਾਇਟੀ। ਉਹ ਸਾਰੀ ਇਸੇ ਪਾਣੀ ਦੀ ਐਕਸਪਲੋਇਟੇਸ਼ਨ ਨੂੰ ਹੀ ਡੀਲ ਕਰਦੀ ਆ ਔਰ ਜਿਹੜਾ ਪਾਣੀ ਜਾਂਦਾ ਪੰਜਾਬ ਤੋਂ ਉਸੇ ਪ੍ਰਪੋਰਸ਼ਨ ਦੇ ਨਾਲ ਪਨ ਬਿਜਲੀ, ਹਾਈਡਲ ਪਾਵਰ ਜਿਸਨੂੰ ਕਹਿੰਦੇ ਅੰਗਰੇਜ਼ੀ ਚ, ਉਹ ਜਾਂਦੀ ਹੈ ਬਾਹਰ। बट टिल्लो साहब ऐसे वो शायर ने कहना कि दिल के फफोले जल उठे सीने की आग से, इस घर को आग लग गई घर के चिराग से।
ਹਾਂਜੀ ਸੱਚੀ ਸਰ। ਢਿੱਲੋਂ ਸਾਹਿਬ ਇੱਕ ਸਵਾਲ ਜਿਹੜਾ ਕਿ ਮੈਂ ਆਲਰੇਡੀ ਉਹਨਾਂ ਨੂੰ ਵੀ ਪੁੱਛਿਆ ਸੀਗਾ, ਖਹਿਰਾ ਸਾਹਿਬ ਨੂੰ, ਆਪ ਜੀ ਨੂੰ ਵੀ ਸਵਾਲ ਕਰ ਰਿਹਾ ਕਿ ਇਹ ਜਿਹੜਾ ਹੋਇਆ ਸਾਰਾ ਕੁਝ, ਇਹ ਜਿਹੜਾ ਬਿੱਲ ਆਇਆ ਹੁਣ ਫਿਰ ਉਸ ਤੋਂ ਬਾਅਦ ਐਕਟ ਬਣ ਗਿਆ, ਇਹਦੇ ਬਾਰੇ ਫਿਊਚਰ ਦੇ ਕੀ ਇੰਪੈਕਟ ਵੇਖਦੇ ਹੋ? ਫਿਊਚਰ 'ਚ ਇੰਪੈਕਟ ਸਿੱਧਾ ਹੀ ਆ, ਸਿੰਪਲ ਆ। ਹੁਣ ਉਹਨਾਂ ਨੇ ਜਿਹੜੇ ਕਮਿਸ਼ਨ ਏਜੰਟ ਵਿਚਾਲੇ ਆਏ ਆ ਉਹ ਵੀ ਖਤਮ ਕਰ ਦੇਣੇ ਆ। ਇਸ ਨਾਲ ਜਿਹੜੀ ਲੇਬਰ ਉੱਥੇ ਕੰਮ ਕਰਦੀ ਸੀ ਮੰਡੀਆਂ ਦੇ ਵਿੱਚ ਉਹ ਵੀ ਖਤਮ ਆ। ਮਤਲਬ ਚਾਰੇ ਪਾਸੇ ਹਿੱਟ ਹੋਏਗੀ, ਸਾਰੀਆਂ ਕਮਿਊਨਿਟੀਆਂ ਹਿੱਟ ਹੋਣਗੀਆਂ, ਪਰ ਸਭ ਤੋਂ ਵਸਟ ਹਿੱਟ ਜਿਹੜਾ ਹੋ ਗਿਆ ਫਾਰਮਰ ਹੋਏਗਾ। ਮਤਲਬ ਜਿਹੜਾ ਕਿਸਾਨੀ ਨਾਲ ਜੁੜੇ ਜਿਹੜੇ ਹੋਰ ਕਈ ਕਿੱਤੇ ਨੇ ਜਿਹੜੇ ਕਿ ਖਤਮ ਹੋ ਜਾਣਗੇ, ਸਾਰੇ ਖਤਮ ਹੋ ਜਾਣੇ। ਔਰ ਮੈਂ ਤੁਹਾਨੂੰ ਇੱਥੇ ਦੱਸ ਦਿੰਦਾ, ਸੀਲੋਸ ਹੁੰਦੇ ਨਾ ਬੜੇ ਬੜੇ ਗੋਡਾਊਨ ਜਿਹੜੇ ਤੁਸੀਂ ਕੈਨੇਡਾ ਅਮਰੀਕਾ ਚ ਦੇਖਦੇ ਹੋ, ਜੀ ਉਹ ਆਲਰੇਡੀ ਬਣਾ ਲਿਆ ਰਿਲਾਇੰਸ ਵਾਲਿਆਂ ਨੇ, ਵਿਦਾਤਾ ਵਾਲਿਆਂ ਨੇ, ਸਾਰਿਆਂ ਨੇ ਬਣਾ ਲਿਆ। ਉਹ ਧੂਰੀ ਕੋਲ 1000 ਏਕੜ ਜ਼ਮੀਨ ਲਈ ਹੈ ਰਿਲਾਇੰਸ ਵਾਲਿਆਂ ਨੇ। ਅੱਛਾ ਜੀ। ਪੈਟਰੋਲ ਪੰਪ ਉਹਨਾਂ ਦੇ ਜਿਹੜੇ ਇਸੇ ਤਰੀਕੇ ਦੇ ਨਾਲ ਆ ਜਿਹੜੀਆਂ ਜੋ ਰਿਟੇਲ ਚ ਚੀਜ਼ਾਂ ਵਿਕਦੀਆਂ ਉਹ ਉਹਨਾਂ ਦੇ ਬੜੇ ਬੜੇ ਇੱਥੇ ਹੈਗੇ ਆ। ਤੋਂ ਚਾਰੇ ਪਾਸੇ ਉਹਨਾਂ ਨੇ ਟੋਟਲ ਕਬਜ਼ਾ ਕਰ ਲਿਆ ਇਸ ਮੁਲਕ ਦੇ ਉੱਤੇ। ਹੁਣ ਤੁਸੀਂ ਦੇਖੋ, ਬੜੀ ਹੈਰਾਨੀ ਦੀ ਗੱਲ ਆ, ਚੰਗੇ ਭਲੇ 에ਅਰਪੋਰਟ ਚੱਲਦੇ ਸਾਰੇ ਉਹ ਹੈਂਡਓਵਰ ਕੀਤੀ ਜਾ ਰਹੇ। ਬਿਲਕੁਲ ਜੀ, ਇਹ ਕਾਫੀ ਪਿਛਲੇ 5-6 ਸਾਲਾਂ ਤੋਂ ਇਹ ਚੱਲ ਰਿਹਾ ਹੈ ਕਿ ਹਰ ਕਿੱਤੇ ਵਿੱਚ ਉਹਨਾਂ ਦਾ ਕਬਜ਼ਾ, ਟੈਲੀਕਮਿਊਨੀਕੇਸ਼ਨ ਵਿੱਚ ਉਹਨਾਂ ਦਾ, ਪੈਟਰੋਕੈਮੀਕਲ ਵਿੱਚ ਉਹਨਾਂ ਦਾ, ਐਵੀਏਸ਼ਨ ਇੰਡਸਟਰੀ ਚੋਂ ਆ ਗਏ, ਗਰੋਸਰੀ ਚੋਂ ਆ ਗਏ, ਰੇਲਵੇ ਚੋਂ ਆ ਗਏ, ਹਰ ਚੀਜ਼ ਵਿੱਚ ਆ ਗਏ ਹੁਣ ਤੇ। ਰੇਲਵੇ ਵੀ ਸਾਰੀ ਉਹਨਾਂ ਨੂੰ ਦਿੱਤੀ ਜਾ ਰਹੀ ਹੈ। ਬਿਲकुल। तो कोई ऐसा जगह नहीं होएगी जिथे किसी बंदे ਨੂੰ ਕਿਸੇ ਕਿਸਮ ਦੀ ਰਾਹਤ ਮਿਲ ਸਕੇ। ਔਰ ਇਹਦੇ ਨਾਲ ਮਤਲਬ ਜਿਹੜੀਆਂ ਨੌਕਰੀਆਂ ਜਿਹੜੀਆਂ ਵੱਡੀਆਂ ਚਲੀਆਂ ਜਾਣਗੀਆਂ। ਜੀ ਹੁਣ ਜਿਹੜਾ ਵੀ ਟੈਲੀਕਮਿਊਨੀਕੇਸ਼ਨ ਸਿਸਟਮ ਇੰਡੀਆ ਦਾ ਸੀਗਾ ਬੜਾ ਵਧੀਆ ਸੀ ਜੀ, ਬੜਾ ਸਸਤਾ ਸੀ ਔਰ ਅਪਰੋਚੇਬਲ ਸੀਗੇ, ਉਹ ਸਾਰਾ ਖਤਮ ਕਰ ਦਿੱਤਾ। ਜੀ ਬਿਲਕੁਲ। ਸਾਰਾ ਮੋਦੀ ਨੇ ਜਾਣ ਬੁੱਝ ਕੇ ਖਤਮ ਕਰ ਦਿੱਤਾ। ਔਰ ਇਸ ਕਰਕੇ ਖਤਮ ਕਰ ਦਿੱਤਾ ਕਿਉਂਕਿ ਜੀਓ ਨੂੰ ਚਲਾਉਣਾ, ਜੀ ਰਿਲਾਇੰਸ ਵਾਲਿਆਂ ਨੂੰ ਚਲਾਉਣਾ। ਤੋਂ ਇਸੇ ਤਰੀਕੇ ਨਾਲ ਹੁਣ ਦੇਖੋ ਜਿਹੜਾ ਛੋਟਾ ਰਿਲਾਇੰਸ ਵਾਲਾ ਹੈਗਾ ਭਰਾ ਉਹਦਾ ਅੰਬਾਨੀ, ਉਸ ਬੰਦੇ ਨੂੰ ਮਤਲਬ ਆ ਜਿਹੜੇ ਜਹਾਜ਼ ਆਏ ਆ ਫਰਾਂਸ ਤੋਂ, ਉਹਨਾਂ ਦਾ ਠੇਕਾ ਦਿੱਤਾ ਜਾ ਰਿਹਾ, ਉਹਨਾਂ ਨੂੰ ਜ਼ਮੀਨ ਅਲਾਟ ਕੀਤੀ ਜਾ ਰਹੀ ਹੈ। ਉਹਦਾ 1% ਵੀ ਕੋਈ ਐਕਸਪੀਰੀਅੰਸ ਨਹੀਂ। ਉਹਦੇ ਬਾਰੇ ਇੱਕ ਚੀਜ਼, ਇੱਕ ਜਾਣਕਾਰੀ ਮੈਂ ਆਪ ਜੀ ਨਾਲ ਹੋਰ ਸਾਂਝੀ ਕਰ ਰਿਹਾ ਜੀ। ਯੂਕੇ ਦੀ ਕੋਰਟ 'ਚ ਇੱਕ ਕੇਸ ਚੱਲ ਰਿਹਾ ਸੀ ਤੇ ਉੱਥੇ ਉਹਨੇ ਐਫੀਡੇਵਿਟ ਪਾ ਕੇ ਕਿਹਾ ਜੀ ਕਿ ਮੈਂ ਆਪਣੇ ਘਰ ਦੇ ਗਹਿਣੇ ਵੇਚ ਕੇ ਆਪਣਾ ਖਰਚਾ ਚਲਾ ਰਿਹਾ। ਮੈਂ ਪੜ੍ਹੀ ਆ ਖਬਰ। ਹਾਂਜੀ। ਜਿਹੜਾ ਬੰਦਾ ਘਰ ਦੇ ਗਹਿਣੇ ਵੇਚ ਕੇ ਖਰਚਾ ਚਲਾ ਰਿਹਾ, ਉਹਨੂੰ ਇੱਥੇ ਰਫਾਲ ਬਣਾਉਣ ਦੇ ਠੇਕੇ ਦਿੱਤੇ ਜਾ ਰਹੇ ਨੇ। ਹਾਂਜੀ। ਉਹ ਸਾਰਾ ਪਖੰਡ ਆ ਜੀ, ਉਹ ਸਾਰਾ ਝੂਠ ਆ, ਉਹ ਸਾਰਾ ਸ਼ਰੀਅੰਤਰ ਆ। ਉਹ ਪਿੱਟੀ ਰਾਊਸ ਕਰਨ ਦੀ ਕੋਸ਼ਿਸ਼ ਕਰ ਰਿਹਾ ਉੱਥੇ ਦੇ ਜੱਜਾਂ ਨੂੰ ਜਾਣ ਬੁੱਝ ਕੇ ਇਹ ਗੱਲ ਕਹਿ ਕੇ। ਉਹ ਲੁੱਟ ਕੇ ਖਾ ਗਏ ਸਾਰੇ ਮੁਲਕ ਨੂੰ, ਸਾਰਾ ਮੁਲਕ ਗਰੀਬ ਹੋ ਗਿਆ। ਉਹ ਦੇਖੋ ਮੁਲਕ ਦੀ ਇਕਨੋਮੀ ਆ ਜਿਹੜੀ ਉਹ ਮਤਲਬ ਬਿਲਕੁਲ ਨਿਚਲੇ ਪੱਧਰ ਤੇ ਆ ਗਈ ਆ। ਔਰ ਜਿਹੜੇ ਰਿਲਾਇੰਸ ਵਾਲਿਆਂ ਦੇ ਜਿੰਨੇ ਵੀ ਬਿਜ਼ਨਸ ਆ ਉਹ 9 ਟਾਈਮਸ ਹਾਈ ਹੋ ਗਏ ਆ, 9 ਟਾਈਮਸ। तो ये सारी चीज आ जी पखंड किया जा रहा क्योंकि मीडिया उन्होंने कंट्रोल चा और सारे टेलीविजन चैनल उन्होंने कंट्रोल चा, सारा होर सोशल मीडिया उन्होंने कंट्रोल चा। तो वो है धर्म पुत्र ਜਿਹੜੇ ਆਮ ਲੋਕ ਆ ਵਿਚਾਰੇ ਉਹ ਪਿਛ ਰਹੇ ਆ, ਉਹ ਗਰੀਬੀ ਚ ਜਾ ਰਹੇ ਆ, ਉਹਨਾਂ ਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਇੱਕ ਟ੍ਰੈਜੇਡੀ ਬਿਯੋਂਡ ਵਰਡਸ ਆ ਜਿਹਨੂੰ ਅੰਗਰੇਜ਼ੀ ਕਹਿੰਦੇ ਟ੍ਰੈਜੇਡੀ ਬਿਯੋਂਡ ਵਰਡਸ। ਕੋਈ ਐਸੇ ਲਫ਼ਜ਼ ਨਹੀਂ ਜਿਹੜੇ ਇਸ ਟ੍ਰੈਜੇਡੀ ਨੂੰ ਸਹੀ ਮਾਇਨਿਆਂ ਦੇ ਵਿੱਚ ਕਹਿ ਸਕਣ। ਢਿੱਲੋਂ ਸਾਹਿਬ ਇੱਕ ਆਖਰੀ ਸਵਾਲ ਆਪ ਜੀ ਤੋਂ ਬੜਾ ਸੰਖੇਪ ਵਿੱਚ ਉੱਤਰ ਚਾਹਾਂਗਾ ਤੁਹਾਡੇ ਤੋਂ। ਮੈਨੂੰ ਇੱਕ ਗੱਲ ਥੋੜੀ ਜੀ ਮਤਲਬ ਕਨਫਿਊਜ਼ਨ ਹੁੰਦੀ ਜੀ, ਇਹ ਦੱਸੋ ਇਹੋ ਜਿਹੇ ਮੌਕੇ ਤੇ ਫਿਰ ਕਿੱਥੇ ਗਏ ਹਿਊਮਨ ਰਾਈਟਸ ਤੇ ਕਿੱਥੇ ਗਈਆਂ ਜਿਹੜੀਆਂ ਹੋਰ ਸੰਸਥਾਵਾਂ ਨੇ? ਉਹ ਮਹਾਰਾਜ ਤੁਸੀਂ ਦੇਖੋ ਜਿਹੜੀਆਂ ਜਿੰਨੇ ਵੀ ਹਿਊਮਨ ਰਾਈਟਸ ਗਰੁੱਪ ਕੰਮ ਕਰਦੇ ਸੀ 5-6 ਦਿਨ ਹੋ ਗਏ ਉਹਨਾਂ ਤੇ ਸਾਰੇ ਤੇ ਸਕੰਜਾ ਕੱਸ ਲਿਆ ਉਹਨਾਂ ਨੇ, ਉਹਨਾਂ ਦੇ ਕੇਸ ਰਜਿਸਟਰ ਕਰ ਦਿੱਤੇ ਆ। ਤਾਂ ਕੋਈ ਹਿਊਮਨ ਰਾਈਟਸ ਨਹੀਂ ਇਸ ਮੁਲਕ ਦੇ ਵਿੱਚ। ਆ ਜੋ ਕੁਛ ਹੋਇਆ यूपी ਦੇ ਵਿੱਚ ਬਹੁਤ ਮੰਦਭਾਗਾ ਘਟਨਾ ਹੋਈ ਹੈ, ਇਤਨੀ ਦਰਦਨਾਕ ਘਟਨਾ ਹੋਈ ਹੈ। ਇੱਕ ਵਿਚਾਰੀ ਮਤਲਬ ਦਲਿਤ ਕੁੜੀ ਦੇ ਨਾਲ 19 ਸਾਲ ਦੀ ਕੁੜੀ ਨੂੰ ਕੱਪੜਿਆਂ ਤੋਂ ਨੰਗੀ ਪਈ ਆ, ਉਹਦੀ ਜ਼ਬਾਨ ਕੱਢ ਦਿੱਤੀ, ਉਹਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਔਰ ਉਸ ਤੋਂ ਬਾਅਦ ਉਸਨੇ ਸਟੇਟਮੈਂਟ ਦਿੱਤੀ ਹੈ ਫਿਰ ਕਹਿੰਦੇ ਉਹਦਾ ਰੇਪ ਨਹੀਂ ਹੋਇਆ।
ਤੁਸੀਂ ਢਿੱਲੋਂ ਦੇਖੋ ਸਾਹਿਬ ਮੈਂ ਢਿੱਲੋਂ ਸਾਹਿਬ ਮੈਂ ਇੱਥੇ 1 ਮਿੰਟ ਤੁਹਾਨੂੰ ਰੋਕਣਾ ਚਾਹ ਰਿਹਾ। ਇਹ ਤੇ ਚਲੋ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਚਲੋ ਉਹਦੀ ਰੀੜ ਦੀ ਹੱਡੀ ਨਹੀਂ ਹੈਗੀ, ਲੇਕਿਨ ਜਿਹੜੇ ਵਰਲਡ ਦੇ ਹਿਊਮਨ ਰਾਈਟਸ ਕਮਿਸ਼ਨ ਨੇ ਜਾਂ ਆਪਣਾ ਹੋ ਗਿਆ UN ਹੋ ਗਿਆ, ਉਹ ਵੀ ਦਖਲ ਨਹੀਂ ਦਿੰਦਾ ਇਹਨਾਂ ਚੀਜ਼ਾਂ ਵਿੱਚ। ਉਹ ਐਮਨੈਸਟੀ ਇੰਟਰਨੈਸ਼ਨਲ ਦੇ ਉੱਤੇ ਕੇਸ ਰਜਿਸਟਰ ਹੋਏ ਭਾਈ ਸਾਹਿਬ ਜੀ, ਤੁਹਾਨੂੰ ਪਤਾ ਨਹੀਂ ਹੈ। ਉਹਨਾਂ ਨੇ ਮੁਕੱਦਮਾ ਕੀਤਾ ਹੋਇਆ, ਸਾਨੂੰ ਇੱਥੇ ਚਲਾਉਣ ਦਿਓ। ਉਹਨਾਂ ਨੂੰ ਪੈਸਾ ਬਾਹਰੋਂ ਪੈਸਾ ਆਉਂਦਾ, ਪੈਸਾ ਨਹੀਂ, ਉਹਦੇ ਤੇ ਸਕੰਜਾ ਕੱਟਿਆ ਹੋਇਆ। ਤੁਹਾਨੂੰ ਪਤਾ ਨਹੀਂ, ਮੈਂ ਇੱਥੇ ਗੁਰੂ ਨਾਨਕ ਪਬਲਿਕ ਸਕੂਲ ਦਾ ਐਗਜ਼ੈਕਟਿਵ ਮੈਂਬਰ ਆ। ਅਸੀਂ ਉਹ ਬਹੁਤ ਬੜਾ ਸਕੂਲ ਆ ਚੰਡੀਗੜ੍ਹ ਦੇ, 18 ਏਕੜ ਜ਼ਮੀਨ ਆ ਸਾਡੇ ਕੋਲ। ਹਾਂਜੀ, ਪਰ ਅਸੀਂ ਇੱਕ ਪੈਸਾ ਨਹੀਂ ਬਾਹਰੋਂ ਮੰਗਾ ਸਕਦੇ। ਜਦੋਂ ਅਸੀਂ ਅਪਰੋਚ ਕਰਦੇ ਆ ਵੀ ਸਾਨੂੰ ਇਜਾਜ਼ਤ ਦਿੱਤੀ ਜਾਵੇ ਵੀ ਬਾਹਰੋਂ ਅਸੀਂ ਡੋਨੇਸ਼ਨ ਲੈ ਸਕਦੇ, ਸਾਡੇ ਬੱਚੇ ਇੱਥੋਂ ਬਾਹਰਲੇ ਮੁਲਕਾਂ 'ਚ ਗਏ ਹੋਏ, ਕੈਨੇਡਾ, ਅਮਰੀਕਾ, ਉਹ ਕਹਿੰਦੇ ਅਸੀਂ ਪੈਸਾ ਦੇਣਾ ਚਾਹੁੰਦੇ ਆ, ਪਰ ਉਹ ਸਾਡੀ ਚਿੱਠੀ ਦਾ ਜਵਾਬ ਕਿਉਂ ਨਹੀਂ ਦਿੰਦੇ? ਕਿਉਂਕਿ ਗੁਰੂ ਨਾਨਕ ਪਬਲਿਕ ਸਕੂਲ ਈਸਾਈਆਂ ਦੇ ਸਾਰੇ ਸਕੂਲਾਂ ਹਸਪਤਾਲਾਂ 'ਚੋਂ ਬਾਹਰੋਂ ਪੈਸਾ ਆਉਂਦਾ ਸੀ, ਸਾਰਾ ਬੰਦ। ਮੁਸਲਮਾਨਾਂ ਦਾ ਬਾਹਰੋਂ ਪੈਸਾ ਆਉਂਦਾ ਸੀ, ਉਹ ਬੰਦ। ਸਵਾਏ ਹਿੰਦੂ ਜਥੇਬੰਦੀਆਂ, ਹਿੰਦੂ ਇੰਸਟੀਟਿਊਸ਼ਨ ਦੇ, ਹੋਰ ਕੋਈ ਵੀ ਦੂਸਰੀ ਜਥੇਬੰਦੀਆਂ ਇੰਸਟੀਟਿਊਸ਼ਨ ਬਾਹਰੋਂ ਪੈਸਾ ਨਹੀਂ ਮੰਗਾ ਸਕਦਾ। ਉਹ ਜਵਾਬ ਹੀ ਨਹੀਂ ਦਿੰਦੇ। 2 ਸਾਲ ਹੋ ਗਏ, 2 ਸਾਲ ਹੋ ਗਏ ਅਸੀਂ ਉਹਨਾਂ ਨੂੰ ਅਪਰੋਚ ਕਰਦੇ, ਚਿੱਠੀਆਂ ਲਿਖਦੇ, ਚਿੱਠੀ ਦਾ ਜਵਾਬ ਨਹੀਂ। ਤੁਸੀਂ ਕੀ ਕਰ ਲਓਗੇ? ਤੁਸੀਂ ਦੱਸੋ ਕੀ ਕਰ ਲਓਗੇ? ਸੋ ਇਹ ਹਾਲ ਆ, ਕਿਉਂਕਿ ਗੁਰੂ ਨਾਨਕ ਪਬਲਿਕ ਸਕੂਲ ਲਿਖਿਆ ਨਾ, ਜੇ ਤੁਹਾਡੇ ਲਾਅ ਨਾਲ ਸਿੰਘ ਲਿਖਿਆ ਹੋਇਆ, ਔਰਤ ਦੇ ਲਾਅ ਨਾਲ ਕੌਰ ਲਿਖਿਆ, ਉਹ ਕੰਮ ਹੀ ਨਹੀਂ ਹੁੰਦਾ। ਬਸ ਟੱਕਰਾਂ ਮਾਰੀ ਜਾਓ ਤੁਸੀਂ। ठीक है ढिल्लो साहब जी ढिल्लो साहब बहुत चंगा लगा आप जी को ये जानकारी लैके, और उम्मीद है कि आने वाले वक्त च शायद कुछ चंगा होए, ते बाकी गुरु साहब अगे अरदास करते हैं। सो बहुत बहुत धन्यवाद जी आप जी का साडे चैनल ते साडे नाल जुड़न वास्ते, साडे दर्शकों वालों आप जी का बहुत बहुत धन्यवाद। सो फिर अगली बारी किसी होर मुद्दे दे आप जी नाल फिर राबता करांगे। फिलहाल इजाजत दिओ जी। वाहिगुरू जी का खालसा, वाहिगुरू जी की फतेह। ਇਹ ਸਨ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ, ਜੋ ਸਾਡੇ ਨਾਲ ਜੁੜੇ ਹੋਏ ਸਨ ਟੈਲੀਫੋਨ ਰਾਹੀਂ, ਤੇ ਸੁਖਪਾਲ ਸਿੰਘ ਖਹਿਰਾ ਵੀ ਸਾਡੇ ਨਾਲ ਜੁੜੇ ਸਨ। ਆਪਣੀ ਕੁਝ ਮਸਰੂਫੀਅਤ ਕਰਕੇ ਉਹ ਥੋੜਾ ਪਹਿਲੇ ਇਜਾਜ਼ਤ ਲੈ ਕੇ ਚਲੇ ਗਏ। ਸਭ ਤੋਂ ਵੱਡਾ ਸਵਾਲ ਇਹ ਆਉਂਦਾ ਜੀ ਕਿ ਨਿਤ ਨਵੇਂ ਕਾਨੂੰਨ ਲਿਆਏ ਜਾ ਰਹੇ ਨੇ। ਇੱਕ ਕਾਨੂੰਨ ਲਿਆਏ ਜੀ ਕਿ ਇੱਕ ਰਾਸ਼ਟਰ ਇੱਕ ਭਾਸ਼ਾ, ਇੱਕ ਰਾਸ਼ਟਰ ਇੱਕ ਟੈਕਸ, ਫਿਰ ਹੁਣ ਲਾਏ ਨੇ 1 ਨੇਸ਼ਨ ਕਿਸਾਨੀ ਜਿਹੜਾ ਇੱਕ ਮੰਡੀ, ਮਤਲਬ ਉਹ ਜੋ ਜਿਸ ਤਰ੍ਹਾਂ ਲਿਆਇਆ ਜਾ ਰਿਹਾ ਹੈ, ਇਹਦੇ ਵਿੱਚ ਅੱਜ ਤੱਕ ਪਿਛਲੇ 6 ਸਾਲਾਂ 'ਚ ਕੋਈ ਐਸਾ ਇੱਕ ਜਿਹੜੀ ਚੀਜ਼ ਆਈ ਹੋਏ ਮੌਜੂਦਾ ਸਰਕਾਰ ਦੀ ਜਿਹੜੀ ਕਿ ਮੁਲਕ ਨੂੰ ਫਾਇਦਾ ਦੇ ਕੇ ਗਈ ਹੋਏ। ਢਿੱਲੋਂ ਸਾਹਿਬ ਨੇ ਵੀ ਬੜੀਆਂ ਗੱਲਾਂ ਇਹੋ ਜਿਹੀਆਂ ਰੱਖੀਆਂ ਨੇ ਸਾਹਮਣੇ, ਖਹਿਰਾ ਸਾਹਿਬ ਨੇ ਵੀ ਰੱਖੀਆਂ ਨੇ। ਸੋ ਆਉਣ ਵਾਲੇ ਵਕਤ 'ਚ ਅਸੀਂ ਦੁਬਾਰਾ ਹੋਰ ਕੁਝ ਨਵੀਂ ਸ਼ਖਸੀਅਤਾਂ ਨੂੰ ਲੈ ਕੇ ਇਸੇ ਮੁੱਦੇ ਤੇ ਇੱਕ ਵਾਰੀ ਫਿਰ ਹਾਜ਼ਰ ਹੋਵਾਂਗੇ। ਸਾਡੇ ਦਰਸ਼ਕਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਹੋਰ ਇਸ ਤਰ੍ਹਾਂ ਦੀ ਵੀਡੀਓਜ਼ ਦੇਖਣ ਵਾਸਤੇ ਸਾਡੇ ਵਰਲਡ ਸਿੱਖ ਅਪਡੇਟਸ ਚੈਨਲ ਨੂੰ YouTube ਤੇ ਔਰ Facebook ਤੇ ਲਾਈਕ, ਸਬਸਕ੍ਰਾਈਬ ਔਰ ਸ਼ੇਅਰ ਕਰੋ, ਤਾਂ ਕਿ ਸਾਨੂੰ ਇਸ ਚੀਜ਼ ਤੇ ਕੁਝ ਮੋਟੀਵੇਸ਼ਨ ਮਿਲਦੀ ਰਹੇ ਔਰ ਅਸੀਂ ਹੋਰ ਐਸੀ ਵੀਡੀਓਜ਼ ਲੈ ਕੇ ਆਪ ਜੀ ਦੇ ਸਾਹਮਣੇ ਹਾਜ਼ਰ ਹੋ ਸਕੀਏ। ਫਿਲਹਾਲ ਇਜਾਜ਼ਤ ਦਿਓ, ਬਹੁਤ ਜਲਦੀ ਫਿਰ ਆਪ ਜੀ ਦੇ ਸਾਹਮਣੇ ਹਾਜ਼ਰ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।